ਕਿ ਵਾਕਈ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਗੀਤਾਂ ਰਾਹੀਂ ਜਾਂ ਆਪਣੀਆਂ ਟੇਪਾਂ ਰਾਹੀਂ ਆਸ਼ਕੀ ਨੂੰ ਲੈ ਕੇ ਗਏ? ਆੜੀ ਲਫ਼ਜ਼ ਵਰਤਿਆ ਸੀ ਦੋਸਤੀ, ਵੀ ਅਸੀਂ ਬਚਪਨ 'ਚ ਇਕੱਠੇ ਪੜ੍ਹਦੇ ਰਹੇ ਹਾਂ, ਜਦੋਂ ਤੂੰ ਹੁਣ ਕਾਲਜ 'ਚ ਆ ਗਈ, ਵਟਿਆਰ ਗਈ, ਹੁਣ ਤੂੰ ਬਦਲ ਗਈ। ਉਹਨਾਂ ਵੇਲਿਆਂ 'ਚ ਪੰਜਾਬ ਬੜੇ ਗਰਮ ਹਵਾਵਾਂ 'ਚੋਂ ਲੰਘਿਆ ਸੀ ਅਤੇ ਪੰਜਾਬ ਦੇ ਜ਼ਿਆਦਾ ਮੁੰਡੇ ਉਹਨਾਂ ਵੇਲਿਆਂ 'ਚ ਹੀ ਬਾਹਰ ਗਏ ਸੀ। ਉਹ ਪਹਿਲਾਂ ਤਾਂ ਰਾਜੀ ਨਹੀਂ ਹੋਇਆ, ਕਹਿੰਦੇ ਸਾਰੇ ਗੀਤ ਉਦਾਸ, ਮੇਰੇ ਪ੍ਰੋਗਰਾਮ ਨਹੀਂ ਲੱਗਣੇ ਹੈਗੇ। ਉਹ ਫਿਰ ਦਿਲ ਦੇ ਖੂਨ ਦੀ ਮਹਿੰਦੀ ਪਹਿਲੀ ਕੈਸਟ ਆਈ, ਫਿਰ ਉਹਨੇ ਵੀ ਟ੍ਰੈਂਡ ਸੈਟਲ ਕਰਤਾ। ਉਹ ਡਿਊਟ ਕਰਨੀ ਸੀ, ਅਸੀਂ ਕੁੜੀ ਲੱਭਦੇ ਫਿਰਦੇ ਸੀ ਕੋਈ ਕਰੀਏ, ਉਹ ਕੁੜੀ ਕੋਈ ਲੱਭੀ ਨਹੀਂ ਹੈਗੀ। ਇਸ ਤਰ੍ਹਾਂ ਦੀ ਪ੍ਰੋਬਲਮ ਕੁਝ ਜਿਹੜੀ ਮਿਲਦੀਆਂ ਸੀ, ਪੈਸੇ ਬਹੁਤ ਮੰਗਦੀਆਂ ਸੀ। ਉਹ ਫਿਰ ਮੈਂ ਕਿਹਾ ਵੀ ਆਪਾਂ ਦੇਖਦੇ ਹਾਂ, ਵੀ ਯੁੱਧਵੀਰ ਤੋਂ ਗਾ ਕੇ ਦੇਖਦੇ ਹਾਂ। ਪਰ ਇੰਨੇ ਮਕਬੂਲ ਹੋਣ ਤੋਂ ਬਾਅਦ ਵੀ ਤੁਸੀਂ ਭਗਵੰਤ ਮਾਨ ਹੋਰਾਂ ਦੇ ਬਤੌਰ ਮੀਡੀਆ ਸਲਾਹਕਾਰ ਕਿਉਂ ਕੰਮ ਕੀਤੇ? ਆਪਣੇ ਆਪ ਨੂੰ ਨੀਵਾਂ ਕਰਨ ਵਾਲੀ ਗੱਲ ਨਹੀਂ ਸੀ? ਤੁਸੀਂ ਜ਼ਿਆਦਾਤਰ ਨਵੇਂ ਕਲਾਕਾਰਾਂ ਦੇ ਨਾਲ ਹੀ ਕੰਮ ਕਿਉਂ ਕੀਤਾ? ਨਵੇਂ ਕਲਾਕਾਰ ਇੱਕ ਤਾਂ 2-4 ਸਾਲ 5 ਸਾਲ ਠੀਕ ਰਹਿੰਦੇ ਨੇ, ਅੱਛਾ, ਤੁਹਾਡੇ ਕਹਿਣੇ 'ਚ ਰਹਿੰਦੇ ਨੇ, ਠੀਕ ਹੈ। ਜਿਵੇਂ ਕਹੀਏ ਮੰਨ ਲੈਂਦੇ ਨੇ। ਉਹ ਪੁਰਾਣਿਆਂ ਦੇ ਨਖਰੇ ਬੜੇ ਹੁੰਦੇ ਨੇ। ਇੱਕ ਸਟੀਮ ਕਾਰ ਸੀ, ਇਕੱਠਿਆਂ ਨੇ ਲਈ ਸੀ ਜਾਂ ਨਹੀਂ ਲਈ ਸੀ, ਪਰ ਉਹਦੇ ਸ਼ੀਸ਼ੇ ਦੇ ਪਿੱਛੇ ਕਹਿੰਦੇ ਲਿਖਿਆ ਹੁੰਦਾ ਸੀਗਾ ਬੇਦਿਲ ਪਲੱਸ ਮਨੀ। ਉਹਨਾਂ ਨੇ ਨਵਾਂ ਮੁੰਡਾ ਲੱਭਿਆ ਇੱਕ ਦਿਲਜੀਤ, ਕਹਿੰਦੇ ਮੈਂ ਇਹਦੀ ਕੈਸਟ ਕਰ ਰਿਹਾ, ਕੋਈ ਗੀਤ ਦਿਓ। ਅੱਛਾ ਜੀ। ਮੇਰੇ ਕੋਲ ਗੀਤ ਕੋਈ ਤਿਆਰ ਨਹੀਂ ਸੀ। ਉਹ ਫਿਰ ਕਹਿੰਦੇ ਪੁਰਾਣਾ ਗੀਤ ਮੇਰਾ ਇੱਕ ਸੀ ਕੁੜੀਆਂ ਵਰਗਾ ਮੁੰਡਾ। ਉਹ ਦਿਲਜੀਤ ਉਦੋਂ ਕੁੜੀਆਂ ਵਰਗਾ ਮੁੰਡਾ ਹੀ ਲੱਗਦਾ ਸੀ ਨਵਾਂ ਜਦੋਂ ਮਾਰਕੀਟ 'ਚ ਆਇਆ। ਅਤੇ ਉਹ ਫਿਰ ਗੀਤ ਉਹਨਾਂ ਨੇ ਗਾਇਆ, ਉਹ ਐਲਬਮ ਉਹਨਾਂ ਦੀ ਪੂਰੀ ਹਿੱਟ ਹੋਈ। ਕਿਸੇ ਬੰਦੇ ਦਾ ਗਲਾ ਸੁਰੀਲਾ ਹੁੰਦਾ ਤੇ ਉਹਨੂੰ ਕਹਿੰਦੇ ਨੇ ਕਿ ਤੇਰੇ ਗਲੇ 'ਚ ਸਰਸਵਤੀ ਆ, ਜਾਂ ਤੂੰ ਬਹੁਤ ਸੁਰੀਲਾ, ਜਾਂ ਤੂੰ ਬਹੁਤ ਅੱਗੇ ਜਾਏਂਗਾ। ਕਹਿੰਦੇ ਬੇਦਿਲ ਸਾਹਿਬ ਉਹਨੂੰ ਕਹਿੰਦੇ ਹੁੰਦੇ ਸੀ ਕਿ ਤੇਰੇ ਗਲੇ 'ਚ ਤਾਂ ਅਮਰੀਕਾ ਕੈਨੇਡਾ ਦੇ ਟੂਰ ਪਏ ਨੇ। ਤੁਹਾਡੇ ਕਲਾਕਾਰ ਰਹੇ ਨੇ, ਆਰਥਿਕ ਤੌਰ 'ਤੇ ਉਨੇ ਮਜ਼ਬੂਤ ਉਹ ਨਹੀਂ ਰਹੇ, ਹਾਲਾਂਕਿ ਦਵਿੰਦਰ ਕੋਹਿਨੂਰ ਹੋਰਾਂ ਦੀ ਇੱਕ ਐਲਬਮ 20 ਲੱਖ 'ਚ ਵਿਕਦੀ ਰਹੀ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਬੀ ਸੋਸ਼ਲ 'ਤੇ ਸਵਾਗਤ ਕਰਦੀ ਹਾਂ। ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਅਸੀਂ ਮਿਲਾਂਗੇ ਪੰਜਾਬੀ ਸੰਗੀਤ ਜਗਤ ਦੇ ਸਿਰਮੌਰ ਗੀਤਕਾਰ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਬਤੌਰ ਲੇਖਕ ਪ੍ਰਵਾਨ ਹੋਣ ਵਾਲੇ ਬਚਨ ਬੇਦਿਲ ਜੀ ਹੋਰਾਂ ਨੂੰ। ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁਰਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜਿੰਨੇ ਵੀ ਸਿਗਨੇਚਰ ਪ੍ਰੋਗਰਾਮ ਦੇਖ ਰਹੇ ਨੇ ਸਾਰੇ ਹੀ ਦਰਸ਼ਕਾਂ ਨੂੰ ਬਚਨ ਬੇਦਿਲ ਵੱਲੋਂ ਸਤਿ ਸ਼੍ਰੀ ਅਕਾਲ। ਤੁਹਾਡਾ ਪਿੰਡ ਬਡਰੁੱਖਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਨਮ ਸਥਾਨ ਵੀ ਹੈ ਅਤੇ ਉਹਨਾਂ ਦਾ ਨਾਨਕਾ ਪਿੰਡ ਵੀ ਹੈ। ਇੱਥੋਂ ਹੀ ਸ਼ੁਰੂ ਕਰਦੇ ਹਾਂ। ਅੱਜ ਦੀ ਜਿਹੜੀ ਪੀੜ੍ਹੀ ਹੈ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਊਗਾ, ਪਰ ਜੇ ਆਪਾਂ ਸੰਖੇਪ ਦੇ ਵਿੱਚ ਉਸ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਉਹਦੇ ਬਾਰੇ ਸਾਨੂੰ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ। ਇਹ ਰਿਆਸਤ ਜੀਂਦ ਦਾ ਪਿੰਡ ਬਡਰੁੱਖਾਂ ਜੀ। ਸੋ ਜਿਵੇਂ ਸੁਣਦੇ ਹਾਂ ਅਸੀਂ ਬਜ਼ੁਰਗਾਂ ਤੋਂ ਜਾਂ ਇਤਿਹਾਸ ਤੋਂ, ਸਾਡੇ ਪਿੰਡ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸਨ। ਮਾਤਾ ਰਾਜ ਕੌਰ ਉਹਨਾਂ ਦੀ ਮਾਤਾ ਸੀ। ਅਤੇ ਛੋਟੇ ਹੁੰਦੇ ਮਾਤਾ ਜੀ ਜਦੋਂ ਬਿਲਕੁਲ ਬੱਚੇ ਸੀ, ਪੈਦਾ ਹੋਏ ਸੀ, ਅੱਛਾ ਜੀ, ਤਾਂ ਉਹਨਾਂ ਵੇਲਿਆਂ 'ਚ ਕੁੜੀ ਨੂੰ ਮਾਰ ਦੇਣ ਦੀ ਪ੍ਰਥਾ ਚੱਲਦੀ ਸੀ ਵੀ ਕੁੜੀਆਂ ਨੂੰ ਜਨਮ ਨਾ ਹੋਵੇ। ਉਹ ਜੰਮਣ ਸਾਰ ਹੀ, ਉਹ ਜਨਮ ਤੋਂ ਬਾਅਦ ਉਹ ਘੜੇ 'ਚ ਪਾ ਕੇ ਕਿਤੇ ਬਾਹਰ ਦਫਨਾ ਆਏ ਸੀ। ਕੋਈ ਫਕੀਰ ਸੀ, ਫਿਰ ਉਹਦੇ ਕਿਲੇ ਦੇ ਬਾਹਰ ਰਹਿੰਦਾ ਹੁੰਦਾ ਸੀ। ਉਹ ਲੰਗਰ ਖਾਂਦਾ ਸੀ ਡੇਲੀ ਜਾ ਕੇ ਇਹਦੇ ਨਾਨਕਿਆਂ ਤੋਂ। ਉਸ ਦਿਨ ਗਿਆ ਨਹੀਂ ਉਹ। ਅੱਛਾ। ਅਤੇ ਉਹ ਗਏ ਜਦੋਂ ਪੁੱਛਣ ਵੀ ਤੁਸੀਂ ਆਏ ਨਹੀਂ ਬਾਬਾ ਜੀ, ਤਾਂ ਉਹਨੇ ਇਹ ਦੰਦ ਕਥਾ ਕਹਿੰਦੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਬਹੁਤ ਵੱਡੇ ਇੱਕ ਉਹ ਬੱਚੀ ਨੂੰ ਮਾਰ ਰਹੇ ਹੋ ਜਿਹਦੇ ਕੁੱਖੋਂ ਬਹੁਤ ਮਹਾਬਲੀ ਪੈਦਾ ਹੋਣਾ। ਅੱਛਾ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਕੇ ਲਿਆਂਦਾ ਸੀ, ਅਤੇ ਫਿਰ ਉਹਨਾਂ ਦੇ ਕੁੱਖੋਂ ਜਿਹੜੇ ਸ਼ੇਰੇ ਪੰਜਾਬ ਪੈਦਾ ਹੋਏ। ਜੀ। 1985 ਤੋਂ ਲੈ ਕੇ 2021 ਤੱਕ 36 ਸਾਲ ਦੀ ਗੀਤਕਾਰੀ ਦਾ ਤੁਹਾਡਾ ਸਫ਼ਰ ਹੈ। ਜਿੰਨੇ ਵੀ ਲੋਕਾਂ ਦੇ ਨਾਲ ਇਸ ਇੰਟਰਵਿਊ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਸਭ ਨੇ ਇੱਕੋ ਗੱਲ ਜ਼ਰੂਰ ਕਹੀ ਸੀਗੀ ਕਿ ਕਾਫੀ ਲੰਮਾ ਇਤਿਹਾਸ ਆ ਉਹਨਾਂ ਦਾ।
ਤੇ ਤੁਸੀਂ ਖੁਦ ਕੀ ਮਹਿਸੂਸ ਕਰਦੇ ਹੋ ਕਿ ਵਾਕਈ ਗੀਤਕਾਰੀ ਦੇ ਵਿੱਚ ਤੁਸੀਂ ਇੱਕ ਇਤਿਹਾਸ ਰਚ ਸਕੇ? ਨਹੀਂ ਗੁਰਦੀਪ ਜੀ, ਐਸਾ ਤਾਂ ਕੁਛ ਨਹੀਂ ਇਤਿਹਾਸ ਵਾਲੀ ਗੱਲ। ਮੈਂ ਤਾਂ ਹਮੇਸ਼ਾ ਆਪਣੇ ਆਪ ਨੂੰ ਹਲੇ ਨਵਾਂ ਹੀ ਸਮਝਦਾ ਕਿ ਹਲੇ ਬੜਾ ਕੁਝ ਹੋਰ ਕਰਨਾ ਹੈ, ਅਤੇ ਮੈਂ ਕਰ ਵੀ ਰਿਹਾ। ਮੇਰੇ ਨਵੇਂ ਨਵੇਂ ਗੀਤ, ਨਵੇਂ ਪ੍ਰੋਜੈਕਟ ਆ ਰਹੇ ਨੇ। ਤੇ ਘੱਟੋ ਘੱਟ ਹੈ ਕਿ 25 ਹਿੱਟ ਐਲਬਮਾਂ ਤੁਸੀਂ ਦਿੱਤੀਆਂ ਨੇ, ਜਿਹਦੇ ਵਿੱਚ ਧਾਰਮਿਕ ਐਲਬਮਾਂ ਵੀ ਸੀਗੀਆਂ, ਉਦਾਸ ਗੀਤਾਂ ਵਾਲੀਆਂ ਕੈਸਟਾਂ ਵੀ ਸੀਗੀਆਂ, ਅਤੇ ਜਿਹੜੀਆਂ ਇੰਟਰਟੇਨਮੈਂਟ ਦੇ ਗੀਤ ਸੀਗੇ ਉਹ ਵੀ ਐਲਬਮਾਂ ਸੀਗੀਆਂ ਨਾ। ਤੇ ਇੰਨੀਆਂ ਹਿੱਟ ਐਲਬਮਾਂ ਤੁਸੀਂ ਦਿੱਤੀਆਂ, ਅਤੇ ਇਹ ਕੀ ਕਾਰਨ ਰਿਹਾ ਕਿ ਤੁਸੀਂ ਹਰ ਇੱਕ ਐਲਬਮ ਦੇ ਵਿੱਚ ਪਰਦੇਸੀਆਂ ਦੇ ਲਈ ਗੀਤ ਜ਼ਰੂਰ ਰੱਖਿਆ? ਮੈਂ ਕੋਸ਼ਿਸ਼ ਕੀਤੀ ਕਿ ਹਰ ਕੈਸਟ ਦੇ ਵਿੱਚ ਵੱਖਰੇ ਵੱਖਰੇ ਵਿਸ਼ਿਆਂ 'ਤੇ ਗੀਤ ਹੋਣੇ ਚਾਹੀਦੇ ਨੇ। ਉਹਦੇ ਵਿੱਚ ਸੈਡ ਗੀਤ ਵੀ ਹੋਣਾ ਚਾਹੀਦਾ ਹੈ, ਉਹਦੇ ਵਿੱਚ ਪਿਆਰ ਮੁਹੱਬਤ ਵਾਲੇ ਗੀਤ ਵੀ ਹੋਣੇ ਚਾਹੀਦੇ ਨੇ। ਅਤੇ ਕਿਉਂਕਿ 1990 'ਚ ਮੇਰੀ ਗੀਤਕਾਰੀ ਯਾਨੀ ਕਿ ਮੁਟਿਆਰ ਹੋਈ। ਉਹਨਾਂ ਵੇਲਿਆਂ 'ਚ ਪੰਜਾਬ ਬੜੇ ਗਰਮ ਹਵਾਵਾਂ 'ਚੋਂ ਲੰਘਿਆ ਸੀ, ਅਤੇ ਪੰਜਾਬ ਦੇ ਜ਼ਿਆਦਾ ਮੁੰਡੇ ਉਹਨਾਂ ਵੇਲਿਆਂ 'ਚ ਹੀ ਬਾਹਰ ਗਏ ਸੀ। ਅੱਛਾ। ਪੂਰਾ ਪੰਜਾਬ ਯਾਨੀ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਜਾਣ ਦਾ ਜਿਹੜਾ ਜ਼ਿਆਦਾ ਝੁਕਾਅ ਸੀ ਉਹ 1990 ਤੋਂ ਬਾਅਦ ਹੀ ਹੋਇਆ ਸੀ। ਸੋ ਉਦੋਂ ਕੋਈ ਦੋਸਤ ਚਲਾ ਗਿਆ, ਕੋਈ ਗੁਆਂਢੀ ਚਲਾ ਗਿਆ, ਉਹ ਫਿਰ ਫੀਲ ਜਿਹੜੀ ਗੱਲ ਇਸ ਬਾਤ ਮਨ 'ਚ ਆਉਂਦੀ ਸੀ, ਅਤੇ ਉਹਨਾਂ ਵੇਲਿਆਂ 'ਚ ਤਾਂ ਜ਼ਿਆਦਾ ਇਹ ਜਿਹੇ ਪਰਦੇਸੀਆਂ ਦੇ ਗੀਤ ਲਿਖੇ ਗਏ। ਅੱਛਾ। ਹਾਂਜੀ। ਹਰਦੇਵ ਦਿਲਗੀਰ ਸਾਹਿਬ ਉਰਫ ਦੇਵ ਥਰੀਕੇ ਵਾਲੇ, ਇਹਨਾਂ ਦੇ ਨਾਲ ਤੁਹਾਡਾ ਤਾਰਫ ਕਦੋਂ ਹੋਇਆ ਸੀ? ਜਦੋਂ ਤੁਸੀਂ ਆਪਣਾ ਪਿੰਡ ਛੱਡ ਕੇ ਪਿੰਡ ਥਰੀਕੇ ਦੇ ਗੁਰਦੁਆਰੇ ਦੇ ਵਿੱਚ ਰਹਿਣ ਗਏ, ਉਦੋਂ, ਜਾਂ ਫਿਰ ਉਸ ਤੋਂ ਪਹਿਲਾਂ? ਉਦੋਂ ਦਰਬਾਰ ਸਾਹਿਬ 'ਤੇ ਜਦੋਂ ਅਟੈਕ ਹੋਇਆ ਸੀ, ਸਾਰੇ ਪੰਜਾਬ ਨੂੰ, ਸਿੱਖਾਂ ਨੂੰ, ਸਾਰੇ ਲੋਕਾਂ ਨੂੰ ਉਸ ਗੱਲ ਦਾ ਬੜਾ ਦਰਦ ਸੀ। ਅਤੇ ਉਦੋਂ ਸ਼ਹੀਦੀ ਜਥੇ ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਜਾਂਦੇ ਸੀ, ਅਤੇ ਪੁਲਿਸ ਉਹਨਾਂ ਨੂੰ ਅਰੈਸਟ ਕਰ ਲੈਂਦੀ ਸੀ। ਅੱਛਾ ਜੀ। ਅਤੇ ਅਸੀਂ ਉਹਨਾਂ ਨੂੰ ਮਨ ਬਣਾਇਆ ਪਿੰਡ 'ਚੋਂ 3-4 ਮੁੰਡਿਆਂ ਨੇ ਕਿ ਚਲੋ ਆਪਾਂ ਵੀ ਚੱਲਦੇ ਹਾਂ। ਅਸੀਂ ਗਏ ਉੱਥੇ, ਅਤੇ ਕੁਦਰਤੀ ਉੱਥੇ ਪ੍ਰੋਗਰਾਮ ਚੇਂਜ ਹੋ ਗਿਆ ਕੋਈ ਉਹਨਾਂ ਦਾ, ਅਤੇ ਫਿਰ ਅਸੀਂ ਕਿਹਾ ਵੀ ਚਲੋ ਮਾਣਕ ਸਾਹਿਬ ਵੀ ਥਰੀਕੇ ਰਹਿੰਦੇ ਨੇ, ਅਤੇ ਦੇਵ ਸਾਹਿਬ ਵੀ ਥਰੀਕੇ ਰਹਿੰਦੇ ਨੇ, ਵੀ ਚਲੋ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਆਉਂਦੇ ਹਾਂ। ਅੱਛਾ ਜੀ। ਉੱਥੇ ਚਲੇ ਗਏ ਗੁਰਦੁਆਰਾ ਸਾਹਿਬ। ਅਸੀਂ ਕਿਹਾ ਰਹਿਣਾ ਅਸੀਂ 2-4 ਦਿਨ, ਉਹ ਕਹਿੰਦੇ ਕੋਈ ਗੱਲ ਨਹੀਂ ਰਹੋ। ਅਤੇ ਉੱਥੇ ਫਿਰ ਮਾਣਕ ਸਾਹਿਬ ਨੂੰ ਮਿਲੇ, ਦਰਸ਼ਨ ਹੀ ਕੀਤੇ ਦੂਰੋਂ, ਅਤੇ ਦੇਵ ਸਾਹਿਬ ਨੂੰ ਮਿਲੇ। ਅਤੇ ਮੇਰੇ ਮਨ 'ਚ ਬੜਾ ਸਤਿਕਾਰ ਸੀ ਦੇਵ ਸਾਹਿਬ ਦਾ, ਅੱਜ ਵੀ ਹੈ। ਅਤੇ ਉਦੋਂ ਤਾਂ ਇੱਕ ਮੁਲਾਕਾਤ ਹੀ ਹੋਈ। ਅੱਛਾ। ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਘਰ ਬਕਾਇਦਾ ਤੌਰ 'ਤੇ ਜਾਣਾ ਆਉਣਾ ਸ਼ੁਰੂ ਕੀਤਾ, ਅਤੇ ਫਿਰ ਉਹਨਾਂ ਨੇ ਮੈਨੂੰ ਆਸ਼ੀਰਵਾਦ ਵੀ ਆਪਣਾ ਦਿੱਤਾ ਹੈ। ਅੱਛਾ ਜੀ। ਹਾਂਜੀ। ਤੇ ਤੁਹਾਡੀ ਗੀਤਕਾਰੀ ਦੇ ਇਸ ਸਫ਼ਰ ਦੇ ਵਿੱਚ ਸਾਧੂ ਸਿੰਘ ਹੋਰਾਂ ਦਾ ਬਹੁਤ ਵੱਡਾ ਹੱਥ ਰਿਹਾ। ਹਾਂਜੀ। ਤੇ ਸਾਡੇ ਦਰਸ਼ਕਾਂ ਨੂੰ ਉਹਨਾਂ ਬਾਰੇ ਦੱਸੋ ਕਿ ਉਹ ਕੌਣ ਸਨ? ਲੁਧਿਆਣੇ ਆਉਣ ਤੋਂ ਪਹਿਲਾਂ ਸਾਡੇ ਪਿੰਡ ਦੇ ਲਾਗੇ ਪਿੰਡ ਹੈ ਦਾਨਗੜ੍ਹ, ਉਹ ਤਾਂ ਬਹੁਤ ਪੁਰਾਣੇ ਰਾਈਟਰ ਹੋਏ ਨੇ, ਸਾਧੂ ਸਿੰਘ ਬੇਦਲ ਸਾਹਿਬ। ਉਹਨਾਂ ਨੇ ਕਿਤਾਬਾਂ ਲਿਖੀਆਂ, ਗਜ਼ਲ ਲਿਖੀ, ਅਤੇ ਕਿਉਂਕਿ ਲਿਖਣ ਦਾ ਚਸਕਾ ਮੈਨੂੰ ਵੀ ਸੀ, ਅਤੇ ਉਸੇ ਕਰਕੇ ਮੈਂ ਉਹਨਾਂ ਤੋਂ ਥੋੜ੍ਹੀ ਮੋਟੀ ਸੇਧ ਲੈਣ ਵਾਸਤੇ ਉਹਨਾਂ ਕੋਲ ਜਾਂਦਾ ਸੀ ਅਕਸਰ ਹੀ। ਅਤੇ ਉਹਨਾਂ ਨੇ ਮੁੱਢਲੇ ਤੌਰ 'ਤੇ ਮੈਨੂੰ ਕਵਿਤਾ ਬਾਰੇ, ਗਜ਼ਲ ਬਾਰੇ ਦੱਸਿਆ ਵੀ, ਸਮਝਾਇਆ ਵੀ। ਤੋ ਉਹਨਾਂ ਨੇ ਹੀ ਫਿਰ ਮੇਰਾ ਨਾਂ ਜਿਹੜਾ ਹੈਗਾ, ਉਹ ਕਹਿੰਦੇ ਤੇਰਾ ਨਾਮ ਬਚਨ ਬੇਦਲ ਰੱਖੋ ਤੁਸੀਂ, ਕਿਉਂਕਿ ਬਡਰੁੱਖਾਂ ਤੁਹਾਡਾ ਟ੍ਰਿਪਲ ਬੀ ਹੋ ਜਾਊਗਾ, ਬਚਨ ਬੇਦਲ ਬਡਰੁੱਖਾਂ। ਫਿਰ ਉਹਨਾਂ ਨੇ ਹੀ ਮੇਰਾ ਨਾਂ ਰੱਖਿਆ। ਮੈਂ ਕਾਫੀ ਤੁਹਾਡੀਆਂ ਇੰਟਰਵਿਊ ਸੁਣੀਆਂ, ਅਤੇ ਤਕਰੀਬਨ ਹਰ ਇੰਟਰਵਿਊ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਅਗਰ ਮੈਂ ਗੀਤਕਾਰੀ ਦੀ ਗੱਲ ਕਰਾਂ ਤਾਂ ਮੈਂ ਦੇਵ ਥਰੀਕੇ ਵਾਲਿਆਂ ਨੂੰ ਅਤੇ ਸਾਧੂ ਸਿੰਘ ਬੇਦਲ ਹੋਰਾਂ ਨੂੰ ਆਪਣਾ ਗੁਰੂ ਮੰਨਦਾ ਹਾਂ। ਹਾਂਜੀ ਹਾਂਜੀ। ਪਰ ਤਖੱਲਸ ਤੁਸੀਂ ਬੇਦਲ ਹੋਰਾਂ ਦਾ ਹੀ ਕਿਉਂ ਚੁਣਿਆ? ਕਿਉਂਕਿ ਉਹਨਾਂ ਨੇ ਵੀ ਦਿਲਗੀਰ ਉਹਨਾਂ ਨੇ ਵੀ ਇੱਕ ਆਪਣਾ ਤਖੱਲਸ ਰੱਖਿਆ ਹੋਇਆ ਸੀ ਉਸ ਵੇਲੇ। ਨਹੀਂ ਗੁਰਦੀਪ ਜੀ, ਮੈਂ ਪਹਿਲਾਂ ਉਹਨਾਂ ਕੋਲ ਜਾਂਦਾ ਸੀ। ਅੱਛਾ ਜੀ। ਜਦੋਂ ਪਿੰਡ ਸੀ ਨਾ, ਦੇਵ ਸਾਹਿਬ ਦੇ ਸੰਪਰਕ 'ਚ ਮੈਂ ਬਾਅਦ 'ਚ ਆਇਆ। ਅੱਛਾ। ਹਾਂਜੀ ਹਾਂਜੀ। ਉਹ ਤੁਸੀਂ ਆਪਣਾ ਨਾਮ ਉਦੋਂ ਰੱਖ ਚੁੱਕੇ ਸੀ? ਹਾਂਜੀ ਹਾਂਜੀ। ਠੀਕ ਹੈ। ਤੁਹਾਡੇ ਬਾਰੇ ਜਿਹੜੀਆਂ ਕੁਛ ਧਾਰਨਾਵਾਂ ਨੇ ਬਣੀਆਂ ਹੋਈਆਂ, ਮੈਨੂੰ ਦੱਸਿਓ ਬਾਕੀ ਦੇ ਸਵਾਲ ਕਰਨ ਤੋਂ ਪਹਿਲਾਂ, ਕਿ ਉਹ ਸੱਚ ਨੇ ਕਿ ਸਭ ਤੋਂ ਪਹਿਲਾਂ ਪਰਦੇਸੀਆਂ 'ਤੇ ਗੀਤ ਲਿਖਣੇ ਤੁਸੀਂ ਸ਼ੁਰੂ ਕੀਤੇ,
ਟੈਲੀਫਿਲਮਾਂ ਦਾ ਦੌਰ ਤੁਸੀਂ ਲੈ ਕੇ ਆਏ, ਕਲਾਕਾਰਾਂ ਨੂੰ ਸਾਈਨ ਕਰਨ ਦਾ ਜਿਹੜਾ ਇੱਕ ਰੁਝਾਨ ਸੀਗਾ ਉਹ ਵੀ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਆਏ। ਉਦਾਸ ਗੀਤਾਂ ਦਾ ਪੂਰੀ ਐਲਬਮ ਉਦਾਸ ਗੀਤਾਂ ਦੀ ਲੈ ਕੇ ਆਉਣੀ, ਇਹ ਰੁਝਾਨ ਤੁਸੀਂ ਸ਼ੁਰੂ ਕੀਤਾ। ਮੁੰਡਿਆਂ ਦੇ ਦੁਗਾਣੇ ਹੋ ਸਕਦੇ ਨੇ, ਇਹ ਵੀ ਸ਼ੁਰੂਆਤ ਤੁਸੀਂ ਕੀਤੀ। ਅਤੇ ਉਸ ਤੋਂ ਬਾਅਦ ਸੁਰਖੀ ਪਾਊਡਰ ਐਲਬਮ ਆਈ ਸੀ ਲਵਲੀ ਨਿਰਮਾਣ ਹੋਰਾਂ ਦੀ, ਅਤੇ ਜਦੋਂ ਉਹ ਐਲਬਮ ਆਈ ਤਾਂ ਉਸ ਤੋਂ ਬਾਅਦ ਦੁਗਾਣਿਆਂ ਦਾ ਵੀ ਇੱਕ ਰੁਝਾਨ ਬਦਲ ਗਿਆ ਸੀਗਾ। ਉਸ ਤੋਂ ਪਹਿਲਾਂ ਵੀ ਦੁਗਾਣੇ ਆਉਂਦੇ ਸੀ, ਪਰ ਉਸ ਤੇ ਐਲਬਮ ਤੋਂ ਆਉਣ ਤੋਂ ਬਾਅਦ ਦੁਗਾਣੇ ਕਿਸੇ ਹੋਰ ਰੂਪ ਦੇ ਵਿੱਚ ਆਉਣ ਲੱਗੇ। ਅਤੇ ਉਸ ਤੋਂ ਬਾਅਦ ਢਾਡੀਆਂ ਦੀ ਹਿੱਟ ਟੇਪ ਤੁਸੀਂ ਦਿੱਤੀ। ਕਿਸੇ ਪੰਜਾਬੀ ਗਾਇਕ ਦੀ ਦਵਿੰਦਰ ਕੋਹਿਨੂਰ ਹੋਰਾਂ ਦੀ ਮੈਂ ਗੱਲ ਕਰ ਰਹੀ ਹਾਂ ਕਿ 95-96 ਦੇ ਵਿੱਚ ਹਿੰਦੀ ਗੀਤਾਂ ਦੀ ਤੁਸੀਂ ਇੱਕ ਟੇਪ ਕੀਤੀ ਸੀ, ਜਦੋਂ ਉਹਨਾਂ ਗੀਤਾਂ ਬਾਰੇ ਸੋਚਿਆ ਤੱਕ ਵੀ ਨਹੀਂ ਸੀ ਜਾ ਸਕਦਾ। ਤਾਂ ਇਹ ਧਾਰਨਾਵਾਂ ਤੁਹਾਡੇ ਬਾਰੇ ਸੱਚੀਆਂ ਨੇ ਜਾਂ ਇਹਨਾਂ ਦੇ ਵਿੱਚੋਂ ਕੁਝ ਵੈਸੇ ਹੀ ਫੈਲੀਆਂ ਹੋਈਆਂ ਅਫਵਾਹਾਂ ਨੇ? ਨਹੀਂ, ਉਹਦੇ ਵਿੱਚ ਇਹ ਹੈ ਵੀ ਪਰਦੇਸੀਆਂ ਦੇ ਗੀਤ ਤਾਂ ਮੈਥੋਂ ਪਹਿਲਾਂ ਵੀ ਲਿਖੇ ਗਏ। ਅੱਛਾ। ਸਾਹਿਬ ਬਾਬੂ ਸਿੰਘ ਮਾਨ ਹੋਰਾਂ ਨੇ, ਤੇ ਉਸ ਤੋਂ ਪਹਿਲਾਂ ਵੀ ਕੱਢਣਾ ਰਮਾਲ ਦੇ ਗਿਆ, ਬਹਿ ਗਿਆ ਵਿਦੇਸ਼ ਵਿੱਚ ਜਾ ਕੇ, ਤੇ ਇਹ ਤਾਂ ਬੜੇ ਚਿਰ ਤੋਂ ਲਿਖੇ। ਹਾਂ, ਉਹਨਾਂ ਵੇਲਿਆਂ 'ਚ ਜ਼ਿਆਦਾ ਲਿਖੇ ਗਏ ਗੀਤ ਪਰਦੇਸੀਆਂ ਦੇ। ਫਿਰ ਟ੍ਰੈਂਡ ਇਸ ਤਰ੍ਹਾਂ ਬਣਦੇ ਰਹੇ ਕਿ ਉਹ 1985-86 ਤੋਂ ਬਾਅਦ ਦੂਜੇ ਗੀਤ ਚੱਲਣੇ ਬੰਦ ਹੋ ਗਏ ਸੀ, ਤੇ ਉਦੋਂ ਫਿਰ ਮਾਰਕੀਟ ਵਿੱਚ ਰਹਿਣ ਵਾਸਤੇ ਇਹ ਧਾਰਮਿਕ ਗੀਤ ਲਿਖਣੇ ਪਏ। ਅੱਛਾ। ਤੇ ਉਹ ਕੁਦਰਤੀ ਟ੍ਰੈਂਡ ਬਣ ਗਿਆ। ਮਾਨਕ ਸਾਹਿਬ ਦੀ ਕੈਸਟ ਝੰਡੇ ਖਾਲਸਾ ਰਾਜ ਦੀ ਹਿੱਟ ਹੋ ਗਈ, ਤੇ ਉਹ ਗੁਰਦੁਆਰਿਆਂ ਵਿੱਚ ਬੱਸਾਂ ਵਿੱਚ ਧਾਰਮਿਕ ਗੀਤ ਹੀ ਵੱਜਦੇ ਸਾਰੇ। ਫਿਰ 1992 ਦੇ ਵਿੱਚ ਜਦੋਂ ਮਾਹੌਲ ਠੀਕ ਹੋ ਗਿਆ, ਉਦੋਂ ਫਿਰ ਪੰਜਾਬ ਦੇ ਲੋਕ ਚਾਹੁੰਦੇ ਸੀ ਵੀ ਕੋਈ ਹੋਰ ਤਰ੍ਹਾਂ ਦਾ ਟ੍ਰੈਂਡ, ਚੇਂਜ ਮੰਗਦੇ ਸੀ। ਮੈਨੂੰ ਲੱਗਿਆ ਵੀ ਹੁਣ ਥੋੜ੍ਹਾ ਜਿਹਾ ਕਾਲਜਾਂ ਦੇ ਗੀਤ, ਨੌਜਵਾਨਾਂ ਦੇ ਮਨੋਰੰਜਨ ਵਾਲੇ ਗੀਤ ਤੇ ਪਰਦੇਸੀਆਂ ਦੇ ਗੀਤ ਇਹ ਆਉਣੇ ਚਾਹੀਦੇ ਨੇ। ਉਹ ਕੱਢੇ ਤਾਂ ਉਹ ਹਿੱਟ ਹੋ ਗਏ, ਉਹ ਵੀ ਟ੍ਰੈਂਡ ਚੱਲ ਗਿਆ। ਤੇ ਫਿਰ ਮੈਨੂੰ ਇਹ ਸੀ, ਪਹਿਲਾਂ ਕੈਸਟ ਦੇ ਵਿੱਚ ਇੱਕ ਗੀਤ ਉਦਾਸ ਗੀਤ ਪਾਉਂਦੇ ਹੁੰਦੇ ਸੀ। ਅੱਛਾ ਜੀ। ਔਰ ਉਹੀ ਚੱਲਦਾ ਹੁੰਦਾ ਸੀ, ਉਦਾਸ ਗੀਤ ਜ਼ਿਆਦਾ ਚੱਲਦਾ ਹੁੰਦਾ ਸੀ। ਤੇ ਉਹ ਫਿਰ ਦਵਿੰਦਰ ਕੋਹਿਨੂਰ ਜਦੋਂ ਮੇਰੇ ਸੰਪਰਕ 'ਚ ਆਇਆ, ਉਹਦੀ ਆਵਾਜ਼ ਇਹੋ ਜਿਹੀ ਸੀ, ਤੇ ਮੈਂ ਉਹਨੂੰ ਕਿਹਾ ਵੀ ਇੱਕ ਗੀਤ ਯਾਰ ਜਦੋਂ ਪਾਉਂਦੇ ਨੇ ਕੈਸਟ ਦੇ ਵਿੱਚ ਉਹੀ ਚੱਲਦਾ, ਆਪਾਂ ਕਿਉਂ ਨਾ ਐਕਸਪੈਰੀਮੈਂਟ ਕਰੀਏ, ਸਾਰੇ ਗੀਤ ਪਾ ਕੇ ਦੇਖੀਏ। ਅੱਛਾ ਜੀ। ਉਹ ਪਹਿਲਾਂ ਤਾਂ ਰਾਜੀ ਨਹੀਂ ਹੋਇਆ, ਕਹਿੰਦਾ ਸਾਰੇ ਗੀਤ ਉਦਾਸ, ਮੇਰੇ ਪ੍ਰੋਗਰਾਮ ਨਹੀਂ ਲੱਗਣੇ ਹੈਗੇ। ਪਰ ਮੈਨੂੰ ਫਿਰ ਉਦਾਹਰਨਾਂ ਵਗੈਰਾ ਤੇ ਮੈਂ ਇੰਡਸਟਰੀ ਦੇ ਵਿੱਚ ਮੁਕੇਸ਼ ਜੀ ਨੇ, ਉਹ ਸੈਡ ਹੀ ਗਾਉਂਦੇ ਨੇ, ਕਿੰਨੇ ਵੱਡੇ ਕਲਾਕਾਰ ਨੇ ਉਹ। ਤੇ ਉਹ ਫਿਰ ਮੰਨ ਗਿਆ। ਉਹ ਫਿਰ ਦਿਲ ਦੇ ਖੂਨ ਦੀ ਮਹਿੰਦੀ ਪਹਿਲੀ ਕੈਸਟ ਆਈ, ਫਿਰ ਉਹਨੇ ਵੀ ਟ੍ਰੈਂਡ ਸੈਟਲ ਕਰਤਾ। ਕੁਛ ਇਸ ਤਰ੍ਹਾਂ ਰਿਹਾ ਕਿ ਮੈਂ ਹਮੇਸ਼ਾ ਅੱਜ ਤੱਕ ਹੀ ਕੋਸ਼ਿਸ਼ ਕਰਦਾ ਕੋਈ ਨਵੀਂ ਚੀਜ਼ ਕਰਨ ਦੀ, ਕੋਈ ਡਿਫਰੈਂਟ ਕਰਨ ਦੀ, ਤੇ ਉਹ ਇਸ ਕਰਕੇ ਕਾਮਯਾਬ ਰਹੀਆਂ ਗੱਲਾਂ। ਤੇ ਮੁੰਡਿਆਂ ਦਾ ਦੁਗਾਣਾ ਹੋ ਸਕਦਾ ਆ, ਇਹ ਤੁਸੀਂ ਐਕਸਪੈਰੀਮੈਂਟ ਕਿਉਂ ਸੋਚਿਆ ਸੀ ਜਾਂ ਕਿਵੇਂ ਇਹ ਸੋਚ ਮਨ 'ਚ ਆਈ ਤੁਹਾਡੇ? ਇੱਕ ਮਿਲਨ ਸਿੰਘ ਸੀ, ਉਹ ਮੁੰਡਾ ਤੇ ਕੁੜੀ ਇਕੱਠਾ ਗਾਉਂਦੀ ਹੁੰਦੀ ਸੀ, ਤੇ ਇੱਕ ਸਿੰਗਰ ਸੀ ਮੇਰੇ ਕੋਲ ਯੁੱਧਵੀਰ, ਉਹਦੀ ਆਵਾਜ਼ ਵੀ ਬੱਚਿਆਂ ਵਾਲੀ ਸੀ, ਪਤਲੀ ਸੀ ਆਵਾਜ਼ ਸੀ। ਤੇ ਫਿਰ ਮੈਂ ਉਹਨਾਂ ਵੇਲਿਆਂ 'ਚ ਮੈਨੂੰ ਉਹ ਡਿਊਟ ਕਰਨੀ ਸੀ, ਅਸੀਂ ਕੁੜੀ ਲੱਭਦੇ ਫਿਰਦੇ ਸੀ ਕੋਈ ਕਰੀਏ। ਉਹ ਕੁੜੀ ਕੋਈ ਲੱਭੀ ਨਹੀਂ ਹੈਗੀ ਕਿ ਇਸ ਤਰ੍ਹਾਂ ਦੀ ਪ੍ਰੋਬਲਮ, ਕੁਝ ਜਿਹੜੀ ਮਿਲਦੀਆਂ ਸੀ ਪੈਸੇ ਬਹੁਤ ਮੰਗਦੀਆਂ ਸੀ। ਉਹ ਫਿਰ ਮੈਂ ਕਿਹਾ ਵੀ ਆਪਾਂ ਦੇਖਦੇ ਹਾਂ ਵੀ ਯੁੱਧਵੀਰ ਤੋਂ ਗਾ ਕੇ ਦੇਖਦੇ ਹਾਂ। ਉਹ ਉੱਡ ਜਾ ਮੋਰਨੀ ਕੈਸਟ ਸੀ ਉਹਦੀ ਪਹਿਲੀ, ਉਹ ਵੀ ਹਿੱਟ ਹੋ ਗਈ ਸੀ। ਹਾਂਜੀ। ਤੇ ਇਹ ਤੁਸੀਂ ਦਵਿੰਦਰ ਕੋਹਿਨੂਰ ਹੋਰਾਂ ਦੀ ਹਿੰਦੀ ਟੇਪ ਵੀ ਕੀਤੀ ਉਹਨਾਂ ਸਮਿਆਂ 'ਚ? ਹਾਂ, ਹਿੰਦੀ ਉਹਨਾਂ ਵੇਲਿਆਂ 'ਚ, ਕਿਉਂਕਿ ਉਹਦੀ ਆਵਾਜ਼ ਜਿਵੇਂ ਅਤੌਲਾ ਖਾਨ ਹੈ ਜਾਂ ਅਕਰਮ ਰਾਹੀ ਹੈ, ਇਹੋ ਜਿਹੀ ਆਵਾਜ਼ ਉਹਦੀ ਹੈਗੀ ਸੀ। ਪਾਕਿਸਤਾਨ ਦੇ ਵਿੱਚੋਂ ਵੀ ਇਹਨੂੰ ਸੁਣਿਆ ਗਿਆ, ਤੇ ਉੱਥੋਂ ਮੈਨੂੰ ਆਈਡੀਆ ਆਇਆ ਵੀ ਤੂੰ ਹਿੰਦੀ ਗਵਾ ਕੇ ਦੇਖੀਏ। ਦਿਲ ਕਾ ਸ਼ੀਸ਼ਾ ਟੂਟ ਗਿਆ, ਉਹ ਵੀ ਕੈਸਟ ਹਿੱਟ ਹੋ ਗਈ ਸੀ। ਅੱਛਾ ਜੀ। ਹਾਂਜੀ ਹਾਂਜੀ। ਤੇ ਉਦਾਸ ਗੀਤਾਂ ਦਾ ਤੁਹਾਡੇ ਵੱਲੋਂ ਤਾਂ ਇੱਕ ਐਕਸਪੈਰੀਮੈਂਟ ਸੀਗਾ, ਪਰ ਕੀ ਉਸ ਕਲਾਕਾਰ ਤੇ ਹੁਣ ਤੱਕ ਵੀ ਇਹੀ ਠੱਪਾ ਲੱਗਿਆ ਹੋਇਆ ਕਿ ਇਹ ਸਿਰਫ ਉਦਾਸ ਗੀਤ ਹੀ ਗਾ ਸਕਦਾ ਆ? ਨਹੀਂ, ਉਸ ਤੋਂ ਬਾਅਦ ਉਹਨੇ ਡਾਂਸਿੰਗ ਗੀਤ ਵੀ ਗਾਏ, ਨਾ ਮਾਰੀ ਮੁਟਿਆਰੇ ਅੱਖ ਦੀ ਮਾਰ ਬੋਰੀ, ਉਹ ਵੀ ਚੱਲੇ। ਪਰ ਜਿਹੜੇ ਹੁਣ ਤੱਕ ਯਾਦ ਨੇ ਉਹ, ਹਾਂ, ਉਹ ਫਿਰ ਕੁਦਰਤੀ ਮੁੱਢਲੇ ਗੀਤ ਹੁੰਦੇ ਨੇ ਜਿਹੜੇ ਕਿਸੇ ਕਲਾਕਾਰ ਦੇ 5-7 ਗੀਤ ਹੁੰਦੇ ਨੇ ਜਿਹੜੇ ਉਹਨੂੰ ਯਾਦ ਰਹਿੰਦੇ ਨੇ ਹਮੇਸ਼ਾ। ਹਾਂਜੀ। ਇੱਕ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਤੁਹਾਡੇ 3 ਮੇਨ ਆਰਟਿਸਟ ਰਹੇ ਨੇ, ਲਵਲੀ ਨਿਰਮਾਣ ਹੋ ਗਏ, ਰਣਜੀਤ ਮਣੀ ਹੋ ਗਏ ਅਤੇ ਦਵਿੰਦਰ ਕੋਹਿਨੂਰ ਹੋ ਗਏ, ਕਿ ਇਹ ਆਪਣੇ ਆਰਟਿਸਟਾਂ ਦਾ ਨਾਮ ਜਿਵੇਂ
ਦਵਿੰਦਰ ਕੋਹਿਨੂਰ ਹੋਰਾਂ ਨੂੰ ਤੁਸੀਂ ਨਾਮ ਦਿੱਤਾ ਅਤੇ ਰਣਜੀਤ ਧਾਲੀਵਾਲ ਤੋਂ ਰਣਜੀਤ ਮਣੀ ਬਣੇ ਤੁਹਾਡੇ ਕਰਕੇ। ਹਾਂਜੀ। ਕਿ ਨਾਮ ਦੇ ਪਿੱਛੇ ਇੱਕ ਅੱਖਰ ਇਹੋ ਜਿਹਾ ਲੱਗਦਾ ਹੁੰਦਾ ਸੀਗਾ ਕਿ ਜਿਹੜਾ ਕੋਈ ਚਮਕਣ ਵਾਲੀ ਚੀਜ਼ ਹੋਵੇ, ਇਹ ਸੋਚ ਕੇ ਤੁਸੀਂ ਕਰਦੇ ਸੀਗੇ ਮਣੀ ਤੇ ਕੋਹਿਨੂਰ ਰੱਖਣਾ? ਨਹੀਂ, ਉਹ ਵੈਸੇ ਹੀ ਸੁਭਾਵਿਕ ਸੀ ਕਿਉਂ ਰਣਜੀਤ ਧਾਲੀਵਾਲ ਸੀ, ਉਹ ਮਾਣਕ ਦੇ ਦਫ਼ਤਰ 'ਚ ਰਹਿੰਦਾ ਸੀ। ਮਾਣਕ ਸਾਹਿਬ ਦਾ ਬਹੁਤ ਵੱਡਾ ਨਾਂ ਸੀ। ਮੈਂ ਚਾਹੁੰਦਾ ਸੀ ਮਾਣਕ ਸਾਹਿਬ ਦੇ ਨਾਲ ਮਿਲਦਾ ਜੁਲਦਾ ਕੋਈ ਨਾਂ ਹੋਵੇ। ਅੱਛਾ ਜੀ। ਉਹ ਮਣੀ ਫਿਰ ਰੱਖਿਆ। ਦਵਿੰਦਰ ਦਾ ਨਾਂ ਹੀ ਬੜਾ ਹੋਰ ਤਰ੍ਹਾਂ ਦਾ ਸੀ। ਅਛਰੂਦਾਸ। ਹਾਂਜੀ ਹਾਂਜੀ, ਉਹ ਫਿਰ ਦਵਿੰਦਰ ਕੋਹਿਨੂਰ ਉਹਦਾ ਰੱਖਿਆ। ਪਰ ਕੋਈ ਚਮਕਣ ਵਾਲੀ ਤਾਂ ਮੇਰੇ ਮਨ 'ਚ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਸੀ ਵੀ ਮੈਂ ਕੋਈ ਚਮਕਦਾਰ ਰੱਖਾਂ। ਉਹ ਢੁਕਵਾਂ ਜਿਹਾ ਨਾਮ ਦੇ ਨਾਲ ਹੁੰਦਾ ਸੀ, ਉਹ ਰੱਖ ਲੈਂਦੇ ਸੀ। ਅੱਛਾ ਜੀ। ਹਾਂਜੀ। 1985 'ਚ ਜਦੋਂ ਸੁਰਿੰਦਰ ਸ਼ਿੰਦਾ ਜੀ ਹੋਰਾਂ ਦੀ ਆਵਾਜ਼ 'ਚ ਤੁਹਾਡਾ ਪਹਿਲਾ ਗੀਤ ਰਿਕਾਰਡ ਹੋਇਆ, ਉਦੋਂ ਤੁਹਾਡੀ ਉਮਰ ਕੀ ਸੀ? ਉਦੋਂ ਮੇਰੀ ਉਮਰ ਹੋਊਗੀ 18-19 ਸਾਲ ਦੀ ਹੋਊ। ਅੱਛਾ। ਹਾਂਜੀ ਹਾਂਜੀ। ਤੇ ਉਹ ਗਾਣੇ ਦੇ ਬੋਲ ਕੀ ਸਨ? ਕਿਉਂਕਿ ਅਕਸਰ ਅਸੀਂ ਸਿਰਫ ਉਸ ਗੀਤ ਦਾ ਜ਼ਿਕਰ ਸੁਣਦੇ ਹਾਂ ਕਿ ਤੁਹਾਡਾ ਪਹਿਲਾ ਗੀਤ ਸੁਰਿੰਦਰ ਸ਼ਿੰਦਾ ਹੋਰਾਂ ਦੀ ਆਵਾਜ਼ 'ਚ ਰਿਕਾਰਡ ਹੋਇਆ, ਪਰ ਉਸ ਗੀਤ ਦੇ ਬੋਲ ਕੀ ਸਨ? ਉਹ ਗੀਤ ਬੜਾ ਸਾਦਾ ਸੀ, ਸਿੰਪਲ ਜਿਹਾ ਗੀਤ ਸੀ। ਉਹ ਇਸੇ ਕਰਕੇ ਸ਼ਾਇਦ ਚੱਲਿਆ ਵੀ ਨਹੀਂ ਸੀ ਜ਼ਿਆਦਾ। ਉਹ ਤੈਨੂੰ ਮੇਰੇ ਨਾਲ ਕਿੰਨਾ ਕੁ ਪਿਆਰ ਸੋਹਣਿਆ ਵੇ ਘੁੰਡੀ ਦਿਲ ਵਾਲੀ ਖੋਲ, ਕੁਝ ਇਸ ਤਰ੍ਹਾਂ ਦਾ ਸੀ। ਅੱਛਾ ਜੀ। ਹਾਂਜੀ ਹਾਂਜੀ। ਤੇ ਇਹ ਵੀ ਕਿਹਾ ਜਾਂਦਾ ਹੈ ਕਿ 1988 'ਚ ਜਦੋਂ ਕੁਲਦੀਪ ਮਾਣਕ ਹੋਰਾਂ ਦੀ ਆਵਾਜ਼ 'ਚ ਤੁਹਾਡਾ ਗੀਤ ਰੰਗਲੀ ਚਰਖੀ ਰਿਕਾਰਡ ਹੋਇਆ, ਉਸ ਤੋਂ ਪਹਿਲਾਂ ਵੀ ਇੱਕ ਗੀਤ ਰੂਪ ਬਸੰਤ ਦੇ ਸਿਰਲੇਖ ਹੇਠ ਕੁਲਦੀਪ ਮਾਣਕ ਸਾਹਿਬ ਹੋਰਾਂ ਦੀ ਆਵਾਜ਼ 'ਚ ਤੁਹਾਡਾ ਰਿਕਾਰਡ ਹੋਇਆ ਸੀ। ਨਹੀਂ, ਮੇਰਾ ਪਹਿਲਾ ਗੀਤ ਰੰਗਲੀ ਚਰਖੀ ਹੀ ਸੀ। ਅੱਛਾ ਜੀ। ਉਸ ਤੋਂ ਬਾਅਦ ਇਹ ਗੀਤ ਰਿਕਾਰਡ ਹੋਇਆ ਸੀ ਰੂਪ ਬਸੰਤ। ਹਾਂ। ਅੱਛਾ। ਤੇ ਉਹ ਚੱਲਿਆ ਨਹੀਂ ਸੀ ਜ਼ਿਆਦਾ, ਪਰ ਇਹ ਰੰਗਲੀ ਚਰਖੀ ਬਹੁਤ ਚੱਲ ਗਈ ਸੀ। ਤੇ ਫਿਰ ਝੰਡੇ ਖਾਲਸਾ ਰਾਜ ਦੇ ਬਹੁਤ ਬਹੁਤ ਸੁਪਰ ਹਿੱਟ ਹੋ ਗਿਆ ਸੀ। ਹਾਂਜੀ। ਮਾਣਕ ਸਾਹਿਬ ਹੋਰਾਂ ਦਾ ਇੱਕ ਗੀਤ ਹੈ ਮੈਂ ਚਾਦਰ ਕੱਢਦੀ ਨਹੀਂ, ਤੇ ਉਹ ਗੀਤ ਰਿਲੀਜ਼ ਕਿਵੇਂ ਹੋਇਆ? ਕਹਿੰਦੇ ਉਹਦੇ ਪਿੱਛੇ ਇੱਕ ਕਿੱਸਾ ਜੁੜਿਆ ਹੋਇਆ। ਮਾਣਕ ਸਾਹਿਬ ਉਹ ਗੀਤ ਗਾ ਕੇ ਭੁੱਲ ਗਏ ਸੀਗੇ। ਨਹੀਂ, ਮਾਣਕ ਸਾਹਿਬ ਤਾਂ ਨਹੀਂ ਭੁੱਲੇ ਸੀ, ਉਹ ਕੰਪਨੀ ਕੋਲ ਗੀਤ ਰਿਕਾਰਡ ਪਿਆ ਸੀ। ਕੋਈ ਉਹਨਾਂ ਨੇ ਫਿਲਮ ਬਣਾਈ ਸੀ ਸ਼ਾਇਦ ਗੀਤਾਂ ਦਾ ਵੰਜਾਰਾ, ਸ਼ਾਇਦ ਮਾਂ। ਫਿਲਮ ਪੂਰੀ ਨਹੀਂ ਹੋਈ ਸੀ, ਉਹਦੇ ਗੀਤ ਰਿਕਾਰਡ ਹੋ ਗਏ ਸੀ। ਉਹ ਮੈਂ ਕਿਸੇ ਸਟੂਡੀਓ 'ਚ ਰਿਕਾਰਡਿੰਗ ਕਰ ਰਿਹਾ ਸੀ, ਤਾਂ ਉਹ ਜਿਹੜੇ ਸਟੂਡੀਓ ਦੇ ਮਾਲਕ ਸੀ ਉਹ ਬਜ਼ੁਰਗ ਕਹਿੰਦੇ ਮੇਰੇ ਕੋਲ ਮਾਣਕ ਦਾ ਬਹੁਤ ਪੁਰਾਣੇ ਗੀਤ ਪਏ ਨੇ। ਅੱਛਾ ਜੀ। ਤੇ ਮੈਂ ਸੁਣਾਓ ਜੀ। ਜਦੋਂ ਸੁਣਾਇਆ, ਔਰ ਇਹ ਗੀਤ ਬੜਾ ਪਿਆਰਾ ਗੀਤ ਲੱਗਿਆ ਮੈਨੂੰ। ਮੈਂ ਕਿਹਾ ਤੁਸੀਂ ਬਹੁਤ ਵੱਡਾ ਗੀਤ ਦੱਬੀ ਬੈਠੇ ਹੋ ਤੇ ਇਹਨੂੰ ਤੁਸੀਂ ਰਿਲੀਜ਼ ਕਰਾਓ। ਅੱਛਾ ਜੀ। ਉਹ ਕਹਿੰਦੇ ਫਿਰ ਤੁਸੀਂ ਲੈ ਲਓ। ਉਹ ਫਿਰ ਮੈਂ ਗੀਤ ਉਹ ਲੈ ਕੇ ਸੁਰ ਸੰਗਮ ਕੰਪਨੀ ਨੂੰ ਦਿੱਤਾ। ਮੇਰੀ ਕੈਸਟ ਦੇ ਵਿੱਚ ਹੀ ਪਾਇਆ। ਉਹ ਅਲਵਿਦਾ ਕੈਸਟ ਮੈਂ ਕਰੀ ਸੀ, ਤੇ ਉਹ ਗੀਤ ਨੇ ਫਿਰ ਰਿਕਾਰਡ ਬਣਾਏ ਵੱਡੇ। ਹਾਂਜੀ। ਤੁਸੀਂ ਜ਼ਿਆਦਾਤਰ ਨਵੇਂ ਕਲਾਕਾਰਾਂ ਦੇ ਨਾਲ ਹੀ ਕੰਮ ਕਿਉਂ ਕੀਤਾ? ਨਵੇਂ ਕਲਾਕਾਰ ਇੱਕ ਤਾਂ 2-4 ਸਾਲ 5 ਸਾਲ ਠੀਕ ਰਹਿੰਦੇ ਨੇ। ਅੱਛਾ। ਤੁਹਾਡੇ ਕਹਿਣੇ 'ਚ ਰਹਿੰਦੇ ਨੇ। ਠੀਕ ਹੈ। ਜਿਵੇਂ ਕਹੀਏ ਮੰਨ ਲੈਂਦੇ ਨੇ। ਉਹ ਪੁਰਾਣਿਆਂ ਦੇ ਨਖਰੇ ਬੜੇ ਹੁੰਦੇ ਨੇ। ਤੇ ਫਿਰ ਇੱਕ ਗੱਲ ਇਹ ਹੈ ਵੀ ਜਿਹੜੀ ਸਰੋਤਾ ਹੈ ਉਹ ਆਵਾਜ਼ਾਂ ਨਵੀਆਂ ਵੀ ਭਾਲਦਾ ਹੈ। ਗੀਤਕਾਰ ਤਾਂ ਜਿਵੇਂ ਜਿਵੇਂ ਪੁਰਾਣਾ ਹੋਊਗਾ ਉਹ ਨਿਖਰਦਾ ਜਾਂਦਾ ਹੈ, ਪਰ ਜਿਹੜੀ ਆਵਾਜ਼ ਹੈ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਉਮਰ ਝਲਕਦੀ ਹੈ। ਜੇ ਕੋਈ ਅੱਜ ਦਾ ਨਵਾਂ ਕਲਾਕਾਰ ਤੁਹਾਡੇ ਕੋਲੇ ਗੀਤ ਲੈਣ ਲਈ ਪਹੁੰਚ ਕਰਦਾ ਹੈ, ਤੁਸੀਂ ਵੀ ਨਖਰੇ ਕਰਦੇ ਹੋ? ਨਾ, ਮੈਂ ਬਿਲਕੁਲ ਨਹੀਂ। ਮੈਨੂੰ ਚੰਗਾ ਲੱਗਣਾ ਚਾਹੀਦਾ ਹੈ। ਚੰਗਾ ਲੱਗਣਾ ਚਾਹੀਦਾ ਹੈ ਤੇ ਆਵਾਜ਼ ਉਹਦੀ ਅੱਛੀ ਹੋਣੀ ਚਾਹੀਦੀ ਹੈ। ਮੈਂ ਤਾਂ ਬਿਲਕੁਲ ਨਵੇਂ ਬੰਦੇ ਨੂੰ ਬਹੁਤ ਬੜੇ ਗੀਤ ਦਿੱਤੇ ਨੇ। ਹਾਂਜੀ। ਰਣਜੀਤ ਮਣੀ ਕੁਲਦੀਪ ਮਾਣਕ ਸਾਹਿਬ ਹੋਰਾਂ ਦੇ ਦਫ਼ਤਰ ਦੇ ਵਿੱਚ ਕਲਰਕ ਦਾ ਕੰਮ ਕਰਦੇ ਸੀਗੇ, ਤੇ ਉੱਥੋਂ ਤੁਹਾਡੀ ਉਹਨਾਂ ਨਾਲ ਦੋਸਤੀ ਹੋਈ ਆ, ਫਿਰ ਉਹ ਕਲਾਕਾਰ ਬਣੇ। ਕੁਲਦੀਪ ਮਾਣਕ ਸਾਹਿਬ ਹੋਰਾਂ ਨੇ ਕਦੇ ਇਸ ਗੱਲ ਦਾ ਇਤਰਾਜ਼ ਨਹੀਂ ਕੀਤਾ ਕਿ ਮੇਰੇ ਥੱਲੇ ਕੰਮ ਕਰਨ ਵਾਲੇ ਬੰਦੇ ਨੂੰ ਤੂੰ ਐਡਾ ਸਟਾਰ ਬਣਾਤਾ? ਇਹ ਮਾਣਕ ਸਾਹਿਬ ਦੇ ਸੁਭਾਅ 'ਚ ਹੈਗਾ ਸੀ ਇਹ ਗੱਲ। ਉਹ ਕਈ ਵਾਰ ਇਸ ਗੱਲ ਦਾ ਸ਼ਿਕਵਾ ਵੀ ਕਰਦੇ ਸੀ, ਗੁੱਸਾ ਵੀ ਕਰਦੇ ਸੀ। ਤੇ ਪਰ ਉਹਦਾ ਗੁੱਸਾ ਕੁਝ ਮਿੰਟ ਦਾ ਸਮੇਂ ਦਾ ਹੁੰਦਾ ਸੀ, ਫਿਰ ਉਹੋ ਜਿਹੇ ਹੋ ਜਾਂਦੇ ਸੀ। ਉਹ ਕਈ ਵਾਰ ਉਹਨਾਂ ਨੇ ਮੈਨੂੰ, ਇੱਕ ਵਾਰ ਦੀ ਗੱਲ ਹੈ ਕਿ ਉਹ ਕਿਸੇ ਨੇ ਫੋਨ ਕੀਤਾ ਵੀ ਮਣੀ ਦਫ਼ਤਰ 'ਚ ਬੋਲਦੇ ਹੋ? ਅੱਛਾ ਜੀ। ਉਹ ਮਾਣਕ ਸਾਹਿਬ ਨੂੰ ਕਰ ਲਿਆ। ਤੇ ਉਹ ਕਹਿੰਦੇ ਨਹੀਂ, ਇੱਥੇ ਕੋਈ ਮਣੀ ਨਹੀਂ। ਕਹਿੰਦੇ ਤੁਹਾਡੇ ਉੱਪਰ ਹੈ ਜੀ। ਉਹ ਕਹਿੰਦੇ ਮੈਥੇ ਉੱਪਰ ਕੋਈ ਨਹੀਂ ਹੋ ਸਕਦਾ। ਇਨਕੇ ਇਸ ਤਰ੍ਹਾਂ ਚੱਲਦੀ ਰਹਿੰਦੀ ਸੀ।
ਹਾਂਜੀ ਇੱਥੇ ਮਾਣਕ ਹੀ ਸਭ ਤੋਂ ਉੱਪਰ ਆ ਤੇ ਮਾਣਕ ਤੋਂ ਉੱਤੇ ਕੋਈ ਨਹੀਂ। ਹਾਂਜੀ ਬਿਲਕੁਲ। ਇਹ ਬਹੁਤ ਮਸ਼ਹੂਰ ਕਿੱਸਾ ਹਾਂਜੀ ਇੰਡਸਟਰੀ ਦੇ ਵਿੱਚ। ਹਾਂਜੀ। ਇੱਕ ਅਸਟੀਮ ਤੁਸੀਂ ਦੋਵਾਂ ਨੇ ਇਕੱਠਿਆਂ ਨੇ ਲਈ ਸੀਗੀ ਤੇ ਇੱਕ ਅਸਟੀਮ ਕਾਰ ਸੀ, ਇਕੱਠਿਆਂ ਨੇ ਲਈ ਸੀ ਜਾਂ ਨਹੀਂ ਲਈ ਸੀ, ਪਰ ਉਹਦੇ ਸ਼ੀਸ਼ੇ ਦੇ ਪਿੱਛੇ ਕਹਿੰਦੇ ਲਿਖਿਆ ਹੁੰਦਾ ਸੀਗਾ ਬੇਦਿਲ ਪਲੱਸ ਮਨੀ। ਹਾਂਜੀ। ਉਹ ਜਦੋਂ ਸਾਡੇ ਪਹਿਲੀ ਕੈਸਟ ਹਿੱਟ ਹੋ ਗਈ ਤੇਰੇ ਵਿਆਹ ਦਾ ਕਾਰਡ, ਫਾਈਨ ਟੋਨ ਕੰਪਨੀ ਸਾਨੂੰ ਬੰਬੇ ਲੈ ਗਈ। ਅੱਛਾ ਜੀ। ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਕੈਸਟ ਹਿੱਟ ਹੋ ਗਈ। ਉੱਥੇ ਉਹਨਾਂ ਨੇ ਐਗਰੀਮੈਂਟ ਕਰ ਲਿਆ ਸਾਡੇ ਨਾਲ ਤੇ ਉੱਥੇ ਕਹਿੰਦੇ ਸਾਨੂੰ, ਸਾਡੇ ਲਈ ਕਾਰ ਬੜੀ ਵੱਡੀ ਚੀਜ਼ ਸੀ ਉਦੋਂ, ਵੀ ਕਾਰ ਚਲੋ ਹੈਗੀ ਹੈ। ਫਿਰ ਉਹਨੇ ਮਾਣ ਵਜੋਂ ਰਣਜੀਤ ਨੇ ਮੇਰਾ ਨਾਮ ਵੀ ਉਹਦੇ ਉੱਤੇ ਲਿਖਾ ਤਾ। ਅੱਛਾ ਜੀ। ਹਾਂਜੀ। ਇਹ ਕਾਰ ਉਹਨਾਂ ਨੂੰ ਮਿਲੀ ਸੀ ਤੇ ਹਾਂ ਬਿਲਕੁਲ ਉਹਨੂੰ ਮਿਲੀ ਸੀ। ਇਹ ਵੀ ਮਸ਼ਹੂਰ ਹੋਇਆ, ਕਹਿੰਦੇ ਤੁਹਾਡੇ ਬਾਰੇ ਇਹ ਵੀ ਸੁਣਨ ਚ ਆਇਆ ਵੀ ਜਦੋਂ ਤੁਹਾਡੇ ਸਾਈਨ ਕੀਤੇ ਹੋਏ ਕਿਸੇ ਆਰਟਿਸਟ ਦੀ ਕੋਈ ਐਲਬਮ ਬਹੁਤ ਹਿੱਟ ਹੋ ਜਾਂਦੀ ਸੀਗੀ ਤਾਂ ਤੁਸੀਂ ਉਸ ਆਰਟਿਸਟ ਨੂੰ ਤੋਹਫੇ ਦੇ ਵਜੋਂ ਕੋਈ ਕਾਰ ਵੀ ਦਿੰਦੇ ਹੁੰਦੇ ਸੀਗੇ, ਉਹਨਾਂ ਦਾ ਕੁਝ ਐਗਰੀਮੈਂਟ ਵਧਾ ਕੇ ਉਹਨਾਂ ਦੇ ਨਾਲ। ਹਾਂ, ਉਹਨਾਂ ਨਾਲ ਜਿੰਨੀ ਕਮਿਟਮੈਂਟ ਹੁੰਦੀ ਸੀ ਉਹ ਕਰੀਦੀ ਸੀ, ਕਿਉਂਕਿ ਨਵੇਂ ਸਿੰਗਰ ਕਰੀਦੇ ਸੀ, ਨਵੇਂ ਤੇ ਇਨਵੈਸਟਮੈਂਟ ਆਪ ਕਰੀਦੀ ਸੀ। ਤੇ ਫਿਰ ਉਹਨਾਂ ਨੂੰ ਜਿਵੇਂ ਉਹਨਾਂ ਨੇ ਗੱਡੀ ਤਾਂ ਲੈਣੀ ਹੁੰਦੀ ਸੀ, ਕੋਈ ਚੇਂਜ ਕਰਨੀ ਹੁੰਦੀ ਸੀ, ਉਹ ਫੈਮਿਲੀ ਵਾਂਗੂ ਹੁੰਦੇ ਨੇ, ਨਾਲ ਰਹਿੰਦੇ ਨੇ। ਤੇ ਉਹ ਜੇ ਨਾਲ ਚਲੇ ਗਏ ਏਜੰਸੀ 'ਚ, ਦਾ ਮਤਲਬ ਕੋਈ ਮੈਂ ਨਹੀਂ ਲੈ ਕੇ ਦਿੱਤੀ ਹੈਗੀ, ਇਸ ਤਰ੍ਹਾਂ ਚੱਲਦਾ ਰਹਿੰਦਾ ਸੀ। ਅੱਛਾ ਜੀ। ਜਦੋਂ ਵਿਆਹ ਦਾ ਕਾਰਡ ਐਲਬਮ ਤੁਹਾਡੀ ਮਸ਼ਹੂਰ ਹੋ ਗਈ ਰਣਜੀਤ ਮਣੀ ਹੋਰਾਂ ਦੇ ਨਾਲ, ਉਸ ਤੋਂ ਬਾਅਦ ਜਵਾਨੀ ਦੀਆਂ ਮੁਬਾਰਕਾਂ ਆਈ, ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ, ਵਿਆਹ ਦਾ ਕਾਰਡ ਐਲਬਮ ਦੇ ਵਿੱਚੋਂ ਇਹ ਗੀਤ ਸੀਗਾ, ਜਵਾਨੀ ਦੀਆਂ ਮੁਬਾਰਕਾਂ ਐਲਬਮ ਆਈ। ਉਸ ਤੋਂ ਬਾਅਦ ਜਿੱਥੇ ਤੁਹਾਡੀ ਪ੍ਰਸਿੱਧੀ ਇੰਨੀ ਹੋਈ, ਐਲਬਮਾਂ ਇੰਨੀਆਂ ਚੱਲੀਆਂ ਤੇ ਨਾਲ ਦੀ ਨਾਲ ਇਹ ਵੀ ਇਲਜ਼ਾਮ ਤੁਹਾਡੇ ਸਿਰ ਧਰੇ ਗਏ ਕਿ ਬਚਨ ਬੇਦਿਲ ਹੋਰਾਂ ਨੇ ਆਸ਼ਕੀ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਲੈ ਆਂਦਾ। ਹਾਂਜੀ। ਅਤੇ ਬਹੁਤ ਸਾਰੇ ਉਦੋਂ ਦੇ ਤੁਹਾਡੇ ਸਰੋਤੇ ਜਿਹੜੇ ਬਾਅਦ ਦੇ ਵਿੱਚ ਬਹੁਤ ਵੱਡੇ ਗੀਤਕਾਰ ਬਣੇ ਤੇ ਉਹ ਕਹਿੰਦੇ ਕਿ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਬੇਦਿਲ ਹੋਰਾਂ ਦੇ ਗੀਤ ਨਹੀਂ ਸੁਣਨੇ, ਕਿ ਉਹਨਾਂ ਗੀਤਾਂ ਦੇ ਨਾਲ ਸਾਡਾ ਪੱਧਰ ਥੱਲੇ ਆ ਸਕਦਾ। ਤੁਹਾਨੂੰ ਇਹ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਬਾਰੇ ਕਿ ਵਾਕਈ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਗੀਤਾਂ ਰਾਹੀਂ ਜਾਂ ਆਪਣੀਆਂ ਟੇਪਾਂ ਰਾਹੀਂ ਆਸ਼ਕੀ ਨੂੰ ਲੈ ਕੇ ਗਏ? ਸਕੂਲਾਂ 'ਚ ਕਦੇ ਵੀ ਨਹੀਂ। ਸਕੂਲਾਂ ਤਾਂ ਮੈਥੋਂ ਪਹਿਲਾਂ ਵੀ ਜਦੋਂ ਕਿੱਸੇ ਲਿਖੇ ਗਏ, ਜਦੋਂ ਮਿਰਜ਼ਾ ਸਾਹਿਬਾਂ ਦੇ, ਜਦੋਂ ਮਸੀਹ 'ਚ ਪੜ੍ਹਦੇ ਹੁੰਦੇ ਸੀ ਉਹ ਜੀ, ਉਹ ਵੀ ਬੜੇ ਮਸ਼ਹੂਰ ਨੇ, ਪਰ ਮੈਂ ਸਕੂਲਾਂ 'ਚ ਕਦੇ ਵੀ ਨਹੀਂ। ਉਹ ਸੀ ਵੀ ਆੜੀ ਲਫ਼ਜ਼ ਵਰਤਿਆ ਸੀ, ਦੋਸਤੀ, ਵੀ ਅਸੀਂ ਬਚਪਨ 'ਚ ਇਕੱਠੇ ਪੜ੍ਹਦੇ ਰਹੇ ਹਾਂ, ਜਦੋਂ ਤੂੰ ਹੁਣ ਕਾਲਜ 'ਚ ਆ ਗਈ, ਵਟਿਆਰ ਗਈ, ਹੁਣ ਤੂੰ ਬਦਲ ਗਈ। ਉਹ ਸਿਰਫ ਇੱਕ ਦੋਸਤ ਵਜੋਂ ਉਲੰਭਾ ਸੀ। ਬਾਕੀ ਰਹੀ ਕਾਲਜਾਂ ਦੀ ਗੱਲ, ਤੇ ਮੈਂ ਅਕਸਰ ਹੀ ਕਹਿਣਾ ਹੁੰਦਾ ਆਪਣੀ ਇੰਟਰਵਿਊ 'ਚ ਵੀ ਅੱਗੇ ਹੱਟੀਆਂ ਭੱਠੀਆਂ ਤੇ ਨੌਜਵਾਨ ਮੁੰਡੇ ਕੁੜੀਆਂ ਮਿਲਦੇ ਸੀ, ਉੱਥੇ ਪਿਆਰ ਮੁਹੱਬਤ ਹੁੰਦੀ ਸੀ। ਮੇਲਿਆਂ 'ਚ ਮਿਲਦੇ ਸੀ, ਉੱਥੇ ਹੁੰਦੀ ਸੀ। ਨੌਜਵਾਨ ਜਿੱਥੇ ਹੀ ਮਿਲਣਗੇ ਉੱਥੇ ਹੀ ਪਿਆਰ ਮੁਹੱਬਤ ਦੀ ਗੱਲ ਚੱਲੂਗੀ ਨਾ। ਹੋਰ ਕਿਤੇ ਹੋਰ ਮੈਂ ਕਹਿੰਦਾ ਵੀ ਬਿਰਧ ਆਸ਼ਰਮਾਂ ਥੋੜ੍ਹੀ ਕੋਈ ਕਿਸੇ ਨੂੰ ਮੁਹੱਬਤ ਪਿਆਰ ਕਰੂਗਾ, ਹੈ ਜੀ। ਸੋ ਮੇਰੇ ਤੋਂ ਪਹਿਲਾਂ ਵੀ ਕਾਲਜਾਂ ਦੇ ਬੜੇ ਗੀਤ ਹਿੱਟ ਹੋਏ ਨੇ, ਕੋਈ ਮੈਂ ਪਹਿਲੀ ਵਾਰ ਨਹੀਂ ਲਿਖੇ, ਅੱਜ ਵੀ ਲਿਖੇ ਜਾਂਦੇ ਨੇ। ਹਾਂਜੀ। ਜਦੋਂ ਰਣਜੀਤ ਮਣੀ ਉਹਨਾਂ ਦੇ ਨਾਲ ਤੁਹਾਡੀ ਦੋਸਤੀ ਹੋਈ, ਤੁਹਾਡਾ ਕੰਮ ਚੱਲਿਆ, ਤੁਸੀਂ ਮਲੇਰਕੋਟਲੇ ਦੇ ਨੇੜੇ ਜਾਂ ਮਲੇਰਕੋਟਲੇ ਦੇ ਵਿੱਚ ਇੱਕ ਚੁਬਾਰਾ ਲਿਆ ਸੀਗਾ ਇਕੱਠਿਆਂ ਬੈਠ ਕੇ ਕੰਮ ਕਰਨ ਦੇ ਲਈ। ਉਸ ਚੁਬਾਰੇ ਦੇ ਨੇੜੇ ਬਾਜੀਗਰਾਂ ਦੀ ਇੱਕ ਬਸਤੀ 'ਚੋਂ ਇੱਕ ਬਾਜੀਗਰਾਂ ਦਾ ਇੱਕ ਮੁੰਡਾ ਤੁਹਾਡੇ ਤੱਕ ਪਹੁੰਚ ਕਰਨ ਲੱਗਿਆ, ਤੁਹਾਡੇ ਕੋਲ ਆਉਣ ਜਾਣ ਲੱਗਿਆ ਤੇ ਬਾਅਦ ਦੇ ਵਿੱਚ ਉਹ ਬਹੁਤ ਵੱਡਾ ਹਿੱਟ ਗਾਇਕ ਬਣਿਆ। ਉਹ ਕੌਣ ਗਾਇਕ ਸਨ ਤੇ ਤੁਸੀਂ ਉਹਨਾਂ ਨੂੰ ਕਿਵੇਂ ਸਟਾਰ ਬਣਾਇਆ? ਨਹੀਂ, ਕਿਉਂਕਿ ਰਣਜੀਤ ਮਣੀ ਨੇ ਤਾਂ ਮੇਰੇ ਕੋਲ ਪਿੰਡ ਆਉਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਉਹਨੇ ਲੁਧਿਆਣੇ ਦਫ਼ਤਰ ਬਣਾ ਲਿਆ ਤੇ ਰਣਜੀਤ ਮਣੀ ਤੋਂ ਬਾਅਦ ਫਿਰ ਮੈਂ ਦਿਲਸ਼ਾਦ ਅਖਤਰ ਨੂੰ ਰਿਕਾਰਡ ਕੀਤਾ ਜੀ। ਉਹ ਉਦੋਂ ਬਾਬੂ ਸਿੰਘ ਮਾਨ ਸਾਹਿਬ ਤੋਂ ਬਾਹਰ ਕੰਮ ਕਰਨ ਲੱਗ ਗਿਆ ਸੀ ਤੇ ਮੈਂ ਉਹਦੀਆਂ 2-3-4 ਐਲਬਮਾਂ ਕੀਤੀਆਂ। ਫਿਰ ਹੋਰ ਸਿੰਗਰ ਮੇਰੇ ਸੰਪਰਕ 'ਚ ਆ ਗਏ। ਫਿਰ ਦਵਿੰਦਰ ਕੋਹਿਨੂਰ ਉੱਥੇ ਲੱਗਿਆ ਸੀ ਆਪਣਾ DIG ਪਟਿਆਲਾ ਰੇਂਜ ਦੇ ਆਫਿਸ 'ਚ। ਅੱਛਾ ਜੀ। ਉੱਥੇ ਮੈਨੂੰ ਕੋਈ ਕੰਮ ਸੀ ਆਪਦਾ। ਉੱਥੇ ਫਿਰ ਸੁਪਰਡੈਂਟ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਇਹ ਮੁੰਡੇ ਨੂੰ ਰਿਕਾਰਡ ਤੁਸੀਂ ਕਰੋ, ਅਸੀਂ ਥੋੜ੍ਹਾ ਕੰਮ ਕਰ ਦਾਂਗੇ।
ਮੇਰੀ ਆਵਾਜ਼ ਸੁਣੀ ਚੰਗੀ ਲੱਗੀ ਮੈਨੂੰ, ਅੱਛਾ ਫਿਰ ਦਵਿੰਦਰ ਕੋਹੇਲ ਨੂੰ ਰਿਕਾਰਡ ਕੀਤਾ ਸੀ। ਅੱਛਾ, ਤੇ ਉਹ ਜਿਹੜਾ ਮਲੇਰਕੋਟਲੇ ਵਾਲਾ ਕਿੱਸਾ ਉਹ ਨਹੀਂ, ਉਹ ਸੱਚ ਨਹੀਂ ਹੈ? ਹਾਂ ਬਿਲਕੁਲ ਉਹ ਨਹੀਂ। ਅੱਛਾ ਜੀ, ਤੁਹਾਡੇ ਗੀਤਾਂ ਦੇ ਵਿੱਚ ਉਮੀ ਦੀ ਹੱਟੀ ਅਤੇ ਤੁਹਾਡੇ ਗੀਤਾਂ ਵਿਚਲਾ ਇੱਕ ਪਾਤਰ ਪ੍ਰੀਤ, ਇਹਨਾਂ ਦੋਨਾਂ ਦਾ ਆਪਸ 'ਚ ਕੀ ਸੰਬੰਧ ਹੈ? ਓਮੀ ਦੀ ਹੱਟੀ ਤਾਂ ਓਮੀ ਵਿਚਾਰਾ ਹੁਣ ਰੱਬ ਨੂੰ ਪਿਆਰਾ ਹੋ ਗਿਆ। ਸਾਡੇ ਘਰ ਦੇ ਲਾਗੇ ਉਹਨੇ 40-50 ਸਾਲ ਦੁਕਾਨ ਕਰੀ ਹੈ। ਅਸੀਂ ਨਿੱਕੇ ਹੁੰਦੇ ਉੱਥੋਂ ਟੌਫੀਆਂ ਮਰੂੰਡੇ ਲੈਂਦੇ ਸੀ, ਉਹਦੇ ਨਾਲ ਬੜੀਆਂ ਸਾਂਝਾਂ ਸੀ। ਹੈਂ ਜੀ, ਤਾਸ਼ ਉਹਨੇ ਸਾਨੂੰ ਖੇਲਣਾ ਸਿਖਾਇਆ, ਸੀਪ ਕਿਵੇਂ ਹੈ ਹੋਰ। ਅਤੇ ਉਹ ਕਿਸੇ ਇੱਕ ਦੋ ਗੀਤਾਂ 'ਚ ਮੇਰੇ ਸੁਭਾਅ ਕੀ ਉਹਦਾ ਨਾਂ ਜ਼ਿਕਰ ਆ ਗਿਆ। ਰਹੀ ਗੱਲ ਪ੍ਰੀਤ ਦੀ, ਉਹ ਮੈਂ 2-4 ਗੀਤਾਂ 'ਚ ਪ੍ਰੀਤ ਨਾਂ ਪਾ ਬੈਠਾ। ਉਹ ਫਿਰ ਲੋਕਾਂ ਨੂੰ ਮੈਨੂੰ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਕੋਈ ਕੁੜੀ ਦਾ ਨਾਂ ਹੈ। ਉਹ ਚਲੋ ਮਹਾਂ ਚਲੇ ਭੁਲੇਖਾ ਬਣਿਆ ਰਹਿਣਾ ਚਾਹੀਦਾ, ਫਿਰ ਮੈਂ ਹੋਰ ਗੀਤਾਂ 'ਚ ਹੀ ਪਾਤਾ। ਇਹ ਮਨਘੜਤ ਸੀ ਜਾਂ ਵਾਕਈ ਤੁਹਾਡੀ ਅਸਫਲ ਮੁਹੱਬਤ ਸੀ? ਨਹੀਂ, ਅਸਫਲ ਮੁਹੱਬਤ ਜੇ ਕੋਈ ਹੋਊਗੀ ਤਾਂ ਉਹਨੂੰ ਇਸ ਤਰ੍ਹਾਂ ਉਹਦਾ ਨਾਂ ਲੈ ਕੇ ਥੋੜ੍ਹੀ ਬਦਨਾਮ ਕਰਾਂਗੇ। ਹਾਂਜੀ, ਪਰ ਪ੍ਰੀਤ ਤਾਂ ਕਿੰਨੀਆਂ ਹੋ ਸਕਦੀਆਂ ਨੇ। ਹਾਂਜੀ, ਪ੍ਰੀਤ ਤਾਂ ਮੁਹੱਬਤ ਦੀ ਗੱਲ ਨਾ, ਮੁਹੱਬਤ ਨੂੰ ਪ੍ਰੀਤ ਕਹਿੰਦੇ ਆਪਾਂ। ਬਿਲਕੁਲ। ਤੁਹਾਡੇ ਬਾਰੇ 4 ਕਿੱਸੇ ਨੇ ਜਿਹੜੇ ਮੈਂ ਛਾਂਟੇ ਨੇਗੇ, ਜਿਨ੍ਹਾਂ 'ਤੇ ਅਕਸਰ ਗੱਲ ਹੁੰਦੀ ਰਹਿੰਦੀ ਆ। ਇੱਕ ਇਹ ਸੀਗਾ ਕਿ ਹਰਜੀਤ ਹਰਮਨ ਅਤੇ ਪ੍ਰਗਟ ਸਿੰਘ ਲਿੱਦੜਾਂ ਵਾਲਿਆਂ ਦੀ ਇੱਕ ਟੇਪ ਆਈ ਸੀਗੀ ਰਾਤਾਂ, ਉਹ ਟੇਪ ਫਲੋਪ ਹੋਈ। ਉਸ ਟੇਪ ਦੇ ਫਲੋਪ ਹੋਣ ਤੋਂ ਬਾਅਦ ਹਰਜੀਤ ਹਰਮਨ ਅਤੇ ਪ੍ਰਗਟ ਸਿੰਘ ਤੁਹਾਡੇ ਕੋਲੇ ਆਉਂਦੇ ਨੇ ਕਿ ਕੁਛ ਕੀਤਾ ਜਾਵੇ, ਤਾਂ ਉਸ ਇੱਕ ਐਲਬਮ ਦੇ ਵਿੱਚ ਤੁਸੀਂ ਉਹਨਾਂ ਨੂੰ ਗੀਤ ਦਿੱਤਾ 302 ਬਣ ਜਾਓ, ਉਹ ਇੱਕ ਗੀਤ, ਅਤੇ ਜਿਹੜੀ ਪਹਿਲਾਂ ਫਲੋਪ ਹੋਈ ਐਲਬਮ ਸੀਗੀ ਉਹਦੇ ਸਾਰੇ ਪੁਰਾਣੇ ਗੀਤ ਇਕੱਠੇ ਕਰਕੇ ਇੱਕ ਐਲਬਮ ਬਣਾਈ ਗਈ, ਜਿਹੜੀ ਕਿ ਬਾਅਦ ਦੇ ਵਿੱਚ ਸੁਪਰ ਡੁਪਰ ਹਿੱਟ ਰਹੀ। ਅਤੇ 302 ਬਣ ਜਾਓ ਤੁਹਾਡਾ ਲਿਖਿਆ ਹੋਇਆ ਗੀਤ ਉਸ ਐਲਬਮ ਦਾ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀਗਾ। ਇਸ ਕਿੱਸੇ ਦੇ ਵਿੱਚ ਕੀ ਸੱਚਾਈ ਹੈ? ਪ੍ਰਗਟ ਸਿੰਘ ਮੇਰੇ ਗਵਾਂਢੀ ਪਿੰਡ ਤੋਂ ਸਨ, ਬੜਾ ਪਿਆਰਾ ਮੇਰਾ ਦੋਸਤ ਸੀ, ਬੜਾ ਪਿਆਰਾ ਗੀਤਕਾਰ। ਉਹ ਮੈਥੋਂ ਬਾਅਦ ਹੀ ਇਸ ਲਾਈਨ ਦੇ ਵਿੱਚ ਆਏ ਅਤੇ ਉਹਨਾਂ ਨੇ ਵੀ ਸਿੰਗਰ ਰਿਕਾਰਡ ਕੀਤਾ। ਕੁਦਰਤੀ ਉਹ ਪਹਿਲੀ ਕੈਸਟ ਨਹੀਂ ਚੱਲੀ ਹੈਗੀ। ਉਹਨਾਂ ਨੇ ਮੈਥੋਂ ਸਲਾਹ ਲਈ ਜਾਂ ਮੈਥੋਂ ਫਿਰ ਗੀਤ ਵੀ ਉਹਨਾਂ ਨੇ ਲਿਖਣ ਵਾਸਤੇ ਕਿਹਾ, ਅਤੇ ਉਹ ਮੈਂ 302 ਬਣ ਜੂ ਗੀਤ ਉਹਨਾਂ ਨੂੰ ਦਿੱਤਾ। ਉਹ ਗੀਤ ਪਾ ਕੇ ਉਹਨਾਂ ਨੇ ਵੀਡੀਓ ਬਣਾ ਕੇ ਰਿਲੀਜ਼ ਕਰਿਆ। ਉਹ ਮੈਂ ਲੱਕੀ ਸੀ ਅਤੇ ਉਹ ਕੈਸਟ ਹਿੱਟ ਹੋ ਗਈ ਅਤੇ ਹਰਜੀਤ ਹਰਮਨ ਮਾਰਕੀਟ ਦੇ ਵਿੱਚ ਛਾ ਗਏ। ਹਾਂਜੀ, ਕਹਿੰਦੇ ਇੱਕ ਐਸਾ ਟਾਈਮ ਵੀ ਸੀਗਾ ਵੀ ਜਦੋਂ ਕੁਛ ਗੀਤਕਾਰ ਤੁਹਾਡੇ ਕੋਲੋਂ ਕੋਈ ਵੀ ਇੱਕ ਗੀਤ ਪ੍ਰਸਾਦ ਦੇ ਰੂਪ 'ਚ ਲੈਣ ਆਉਂਦੇ ਹੁੰਦੇ ਸੀ। ਉਦਾਹਰਨ ਦੇ ਤੌਰ 'ਤੇ ਜਦੋਂ ਬਲਵੀਰ ਬੋਪਾ ਰਾਏ ਹੋਰੀ ਦਿਲਜੀਤ ਦੋਸਾਂਝ ਦੀ ਊੜਾ ਆੜਾ ਐਲਬਮ ਕਰ ਰਹੇ ਸੀਗੇ, ਤਾਂ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ, ਕਿਉਂਕਿ ਤੁਹਾਡੇ ਸ਼ਾਗਿਰਦ ਵੀ ਰਹੇ ਨੇ ਉਹ, ਕਿ ਇੱਕ ਗੀਤ ਮੈਨੂੰ ਇਸ ਐਲਬਮ 'ਚ ਪ੍ਰਸ਼ਾਦ ਦੇ ਰੂਪ 'ਚ ਤੁਸੀਂ ਦਿਓ, ਅਤੇ ਉਹ ਗੀਤ ਤੁਸੀਂ ਉਹਨਾਂ ਨੂੰ ਦਿੱਤਾ ਸੀਗਾ, ਕੁੜੀਆਂ ਵਰਗਾ ਮੁੰਡਾ ਮੋਹ ਲਿਆ ਤੂੰ ਮਟਿਆਰੇ ਨਹੀਂ। ਹਾਂਜੀ, ਉਹ ਬਲਵੀਰ ਬੋਪਾ ਰਾਏ ਮੇਰੇ ਨਾਲ ਕਾਫੀ ਚਿਰ ਸੰਪਰਕ 'ਚ ਰਹੇ, ਕੰਮ ਕੀਤਾ। ਫਿਰ ਉਹਨਾਂ ਨੇ ਵੱਖਰੇ ਕੰਮ ਕਰਨਾ ਸ਼ੁਰੂ ਕਰਤਾ ਅਤੇ ਮੇਰੀ ਰਾਏ ਨਾਲ ਹੀ ਵੀ ਮੈਂ ਉੱਧਰ ਫਾਈਨ ਟੋਨ ਕੰਪਨੀ 'ਚ ਕੰਮ ਕਰਨਾ ਚਾਹੁੰਦਾ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਕਰੋ ਤੁਸੀਂ। ਉਹਨਾਂ ਨੇ ਨਵਾਂ ਮੁੰਡਾ ਲੱਭਿਆ ਇੱਕ ਦਿਲਜੀਤ, ਅਤੇ ਉਹ ਮੇਰੇ ਕੋਲ ਲੈ ਕੇ ਆਏ ਅਤੇ ਕਹਿੰਦੇ ਮੈਂ ਇਹਦੀ ਕੈਸਟ ਕਰ ਰਿਹਾ, ਕੋਈ ਗੀਤ ਦਿਓ। ਅੱਛਾ ਜੀ। ਮੇਰੇ ਕੋਲ ਗੀਤ ਕੋਈ ਤਿਆਰ ਨਹੀਂ ਸੀ, ਅਤੇ ਉਹ ਕਹਿੰਦੇ ਵੀ ਅਸੀਂ ਗੀਤ ਲਾਜ਼ਮੀ ਪਾਉਣਾ ਹੈ ਤੁਹਾਡਾ ਵਿੱਚ। ਉਹਦਾ ਵੱਡਾਪਨ ਸੀ, ਇਹ ਕਹਿੰਦੇ ਪ੍ਰਸ਼ਾਦ ਵਜੋਂ ਪਾਉਣਾ ਹੈ ਵੀ ਦਿਓ। ਮੈਂ ਕਿਹਾ ਜੀ ਪੁਰਾਣਾ ਗੀਤ ਕੋਈ ਲੈ ਲਓ ਮੇਰਾ, ਪਾ ਲਓ, ਜਿਹੜਾ ਕੋਈ ਰਿਕਾਰਡ ਹੋਇਆ ਹੈ ਤੁਸੀਂ ਰੀ ਰਿਕਾਰਡ ਕਰ ਲਓ ਉਹਨੂੰ। ਅਤੇ ਉਹ ਫਿਰ ਕਹਿੰਦੇ ਪੁਰਾਣਾ ਗੀਤ ਮੇਰਾ ਇੱਕ ਸੀ ਕੁੜੀਆਂ ਵਰਗਾ ਮੁੰਡਾ। ਉਹ ਦਿਲਜੀਤ ਉਦੋਂ ਕੁੜੀਆਂ ਵਰਗਾ ਮੁੰਡਾ ਹੀ ਲੱਗਦਾ ਸੀ ਨਵਾਂ ਜਦੋਂ ਮਾਰਕੀਟ 'ਚ ਆਇਆ। ਅਤੇ ਉਹ ਫਿਰ ਗੀਤ ਉਹਨਾਂ ਨੇ ਗਾਇਆ, ਉਹ ਐਲਬਮ ਉਹਨਾਂ ਦੀ ਪੂਰੀ ਹਿੱਟ ਹੋਈ। ਉਹਦੇ ਵਿੱਚ ਹੋਰ ਗੀਤ ਜਿਹੜੇ ਬਲਵੀਰ ਦੇ ਉਹ ਬਹੁਤ ਜ਼ਿਆਦਾ ਹਿੱਟ ਹੋਏ ਜੀ। ਹਾਂਜੀ। 1998 ਦੇ ਆਸ-ਪਾਸ ਸੰਗਰੂਰ ਦੇ ਕਿਸੇ ਇੱਕ ਪਿੰਡ 'ਚ ਤੁਹਾਨੂੰ ਤੁਹਾਡੀ ਗੀਤਕਾਰੀ ਦੇ ਲਈ ਮਰੂਤੀ ਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਾਂਜੀ, ਉਹ ਲੋਹਗੜ੍ਹ ਪਿੰਡ ਹੈ, ਉੱਥੋਂ ਦੇ ਸਾਡੇ ਸੱਜਣ ਸੀ। ਉਹਨਾਂ ਨੇ ਕਲੱਬ ਨੇ ਪੂਰੇ ਨੇ ਉਹ ਮੇਰਾ ਮਾਣ ਸਤਿਕਾਰ 'ਚ ਕੀਤਾ ਸੀ। ਅੱਛਾ ਜੀ। ਹਾਂਜੀ। ਇੱਕ ਤੁਹਾਡੇ ਬਾਰੇ ਹੋਰ ਬੜੀ ਇੱਕ ਚਰਚਾ ਛਿੜਦੀ ਹੈ, ਕਹਿੰਦੇ ਕਿ ਬੇਦਲ ਸਾਹਿਬ ਕੋਲ ਜਦੋਂ ਵੀ ਕੋਈ ਕਲਾਕਾਰ ਜਾਂਦਾ ਸੀ ਤਾਂ ਉਹਨਾਂ ਨੂੰ ਕਹਿੰਦੇ ਸੀ ਵੀ ਗਾ ਕੇ ਸੁਣਾਓ,
ਕਹਿੰਦੇ ਅਕਸਰ ਜਦੋਂ ਕਿਸੇ ਬੰਦੇ ਦਾ ਗਲਾ ਸੁਰੀਲਾ ਹੁੰਦਾ ਤੇ ਉਹਨੂੰ ਕਹਿੰਦੇ ਨੇ ਕਿ ਤੇਰੇ ਗਲੇ 'ਚ ਸਰਸਵਤੀ ਆ, ਜਾਂ ਤੂੰ ਬਹੁਤ ਸੁਰੀਲਾ, ਜਾਂ ਤੂੰ ਬਹੁਤ ਅੱਗੇ ਜਾਏਂਗਾ। ਕਹਿੰਦੇ ਬੇਦਲ ਸਾਹਿਬ ਉਹਨੂੰ ਕਹਿੰਦੇ ਹੁੰਦੇ ਸੀ ਕਿ ਤੇਰੇ ਗਲੇ 'ਚ ਤਾਂ ਅਮਰੀਕਾ ਕੈਨੇਡਾ ਦੇ ਟੂਰ ਪਏ ਨੇ। ਉਹ ਬਸ ਰੂਟੀਨ ਦੀਆਂ ਗੱਲਾਂ ਸੀ। ਜਦੋਂ ਕੋਈ ਸਿੰਗਰ ਆਉਂਦਾ ਸੁਣਨਾ ਤਾਂ ਪੈਂਦਾ ਸੀ। ਉਹ ਤੁਹਾਨੂੰ ਜਿੰਨੀ ਕੁ ਸੋਝੀ ਹੈਗੀ ਹੈ ਉਹਦੇ ਮੁਤਾਬਕ ਤੁਸੀਂ ਆਈਡੀਆ ਲਾਉਣਾ ਹੁੰਦਾ ਵੀ ਚੱਲੂਗਾ ਕਿ ਨਹੀਂ ਚੱਲੂਗਾ, ਇਸ ਲਈ ਸੁਣਦਾ ਸੀ ਜੀ। ਹਾਂਜੀ। ਤੇ ਝੰਡੇ ਖਾਲਸਾ ਰਾਜ ਦੇ ਜਿਹੜੀ ਤੁਹਾਡੀ ਟੇਪ ਆਈ ਸੀਗੀ ਕੁਲਦੀਪ ਮਾਣਕ ਸਾਹਿਬ ਹੋਰਾਂ ਦੀ ਆਵਾਜ਼ ਦੇ ਵਿੱਚ, ਜਿਹਦੇ ਵਿੱਚ ਤੁਸੀਂ ਰਣਜੀਤ ਸਿੰਘ ਹੋਰਾਂ ਦਾ ਪੂਰਾ ਪ੍ਰਸੰਗ ਕੀਤਾ ਸੀਗਾ, ਇਹ ਐਲਬਮ ਕਹਿੰਦੇ ਉਸ ਦੌਰ 'ਚ ਆਈ ਸੀ ਜਦੋਂ ਖਾੜਕੂਵਾਦ ਜ਼ੋਰਾਂ ਸ਼ੋਰਾਂ 'ਤੇ ਸੀ, ਤੇ ਇਹ ਐਲਬਮ ਕੁਛ ਸਮੇਂ ਦੇ ਲਈ ਬੈਨ ਵੀ ਰਹੀ। ਨਹੀਂ, ਬੈਨ ਨਹੀਂ ਰਹੀ। ਇਹ ਬੈਨ ਨਹੀਂ ਰਹੀ। ਇਹ ਮੁੰਡਿਆਂ ਦੀ ਪਹਿਲੀ ਪਸੰਦ ਸੀ। ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ ਇਸ ਕੈਸਟ ਦੀ। ਮੈਂ ਤਰੀਕੇ ਗਿਆ ਦੇਵ ਸਾਹਿਬ ਨੂੰ ਮਿਲਣ। ਇੱਕ ਬੰਦਾ ਮੈਨੂੰ ਦੇਵ ਸਿੰਘ ਕਹਿੰਦੇ ਤੈਨੂੰ ਇੱਕ ਬੰਦਾ ਮਿਲਣਾ ਚਾਹੁੰਦਾ ਹੈ। ਅੱਛਾ ਜੀ। ਉਹ ਮੇਰੇ ਕੋਲ ਆਇਆ, ਉਹ ਮੇਰੇ ਪੈਰੀ ਹੱਥ ਲਾਈ ਜਾਵੇ, ਹੋਰ ਕਹਿੰਦਾ ਮੈਂ ਜੀ ਬਚ ਗਿਆ। ਕੀ ਗੱਲ ਹੋ ਗਈ? ਉਹ ਕਹਿੰਦਾ ਜੀ ਮੈਂ ਕੁਝ ਦਿਨ ਪਹਿਲਾਂ ਸ਼ਾਮ ਨੂੰ ਰਾਤ ਨੂੰ ਕਿਤੇ ਆ ਰਿਹਾ ਸੀ ਤੇ ਮੇਰੇ, ਹੁਣ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਹੈਗਾ, ਦਾੜੀ ਰੱਖੀ ਹੋਈ ਹੈ, ਕੰਮ ਤੋਂ ਆਇਆ ਸੀ, ਮਿਸਤਰੀ ਸ਼ਾਇਦ ਉਹ, ਤੇ ਉਹ ਕਹਿੰਦਾ ਮੇਰੀ ਥੋੜ੍ਹੀ ਮੋਟੀ ਡਰਿੰਕ ਕਰੀ ਹੋਈ ਸੀ ਤੇ ਮੈਨੂੰ ਪੁਲੀ ਦੇ ਉੱਤੇ ਕਹਿੰਦਾ ਮੁੰਡੇ ਮਿਲੇ ਤੇ ਖਾਲਸੇ। ਅੱਛਾ। ਉਹ ਕਹਿੰਦੇ ਵੀ ਤੂੰ ਦਾੜੀ ਰੱਖ ਕੇ ਡਰਿੰਕ ਕੀਤੀ, ਇਹਨੂੰ ਚਾੜੋ ਗੱਡੀ। ਉਹ ਕੀ ਆ ਤੇਰੇ ਕੋਲੇ, ਕੀ ਆ? ਉਹ ਕਹਿੰਦਾ ਮੈਂ ਕੈਸਟ ਲੈ ਕੇ ਗਿਆ ਸੀ ਝੰਡੇ ਖਾਲਸਾ ਰਾਜ ਦੇ। ਉਹ ਕਹਿੰਦਾ ਜੀ ਆਹ ਹੈ ਮੇਰੇ ਕੋਲ ਤਾਂ। ਉਹ ਕਹਿੰਦੇ ਚਲੋ ਯਾਰ ਛੱਡੋ ਇਹਨੂੰ। ਸੋ ਉਸ ਕੈਸਟ ਦੇ ਹਿੱਸੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਨੇ। ਬੈਨ ਨਹੀਂ ਰਹੀ ਇਹ, ਪਰ ਉਸ ਸਮੇਂ ਤੁਹਾਨੂੰ ਲੱਗਿਆ ਨਹੀਂ ਗਾ ਕਿ ਵੀ ਇਹ ਦੌਰ ਇੱਦਾਂ ਦਾ ਚੱਲ ਰਿਹਾ ਹੈ ਕਿ ਮੈਨੂੰ ਵੀ ਕੋਈ ਖਤਰਾ ਹੋ ਸਕਦਾ, ਮੈਂ ਇੱਦਾਂ ਦੀ ਐਲਬਮ ਜਾਂ? ਨਹੀਂ, ਮੇਰਾ ਕੋਈ ਮਕਸਦ ਇਹ ਨਹੀਂ ਸੀ ਕਿ ਮੈਂ ਕੋਈ ਉਸ ਨਜ਼ਰੀਏ ਨਾਲ, ਮੇਰਾ ਫਰਜ਼ ਸਮਝਦਾ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੇਰੇ ਪਿੰਡ ਦੇ ਨੇ, ਮੈਂ ਸ਼ੁਰੂਆਤ ਕਰ ਰਿਹਾ ਗੀਤਕਾਰੀ ਦੀ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਪਿੰਡ ਦੀ ਗੱਲ ਕਰਾਂ। ਤੇ ਸ਼ੇਰੇ ਪੰਜਾਬ ਜਿਨ੍ਹਾਂ ਨੇ ਖਾਲਸਾ ਰਾਜ ਬਣਾਇਆ ਸੀ, ਇਹ ਤਾਂ ਉਹਨਾਂ 'ਤੇ ਆਧਾਰਿਤ ਓਪੇਰਾ ਸੀ। ਹਾਂਜੀ। ਕੁਲਦੀਪ ਮਾਣਕ ਸਾਹਿਬ ਹੋਰਾਂ ਦੇ ਨਾਲ ਤੁਹਾਡੀ ਨਾਰਾਜ਼ਗੀ ਕਿਉਂ ਰਹੀ? ਨਾਰਾਜ਼ਗੀ, ਉਹ ਪਿਆਰ ਹੀ ਕਰਦੇ ਸੀ ਇੰਨਾ, ਇਸ ਕਰਕੇ ਨਾਰਾਜ਼ ਵੀ ਹੋ ਜਾਂਦੇ ਸੀ। ਉਹ ਜਦੋਂ ਫਿਰ ਮੈਂ ਉਹਨਾਂ ਦੇ ਸੰਪਰਕ 'ਚੋਂ ਇੱਧਰ ਉੱਧਰ ਗਾਣੇ ਕਿਤੇ ਚਲੇ ਜਾਣੇ, ਹਾਲਾਂਕਿ ਉਹਨਾਂ ਨੂੰ ਕੋਈ ਗਾਣਿਆਂ ਦੀ ਕਮੀ ਨਹੀਂ ਸੀ, ਉਹ ਮੁਹੱਬਤ ਕਰਦੇ ਸ਼ਾਇਦ ਮੈਨੂੰ, ਉਹ ਇਸ ਕਰਕੇ ਥੋੜ੍ਹਾ ਜਿਹਾ ਨਾਰਾਜ਼ ਹੋ ਜਾਂਦੇ ਸੀ। ਪਰ ਕਹਿੰਦੇ ਬਹੁਤੀ ਨਾਰਾਜ਼ਗੀ ਉਸ ਵੇਲੇ ਵੀ ਵਧੀ ਜਦੋਂ ਕੁਲਦੀਪ ਮਾਣਕ ਸਾਹਿਬ ਚੋਟੀ ਦੇ ਕਲਾਕਾਰ ਸਨ ਉਸ ਵੇਲੇ, ਤੇ ਇੰਡਸਟਰੀ 'ਚ ਉਦੋਂ ਇਹ ਭਾਵ ਉੱਠੀ ਕਿ ਮਾਣਕ ਸਾਹਿਬ ਆਪਣੇ ਬੇਟੇ ਨੂੰ ਲਾਂਚ ਕਰ ਰਹੇ ਨੇ, ਯੁੱਧਵੀਰ ਮਾਣਕ ਨੂੰ। ਕਹਿੰਦੇ ਬੇਦਲ ਸਾਹਿਬ ਹੋਰਾਂ ਨੇ ਉਦੋਂ ਇੱਕ ਸ਼ਰਾਰਤ ਕੀਤੀ ਵੀ ਇਹਨਾਂ ਨੇ ਇੱਕ ਮੁੰਡਾ ਲੈ ਕੇ ਆਂਦਾ ਤੇ ਉਸ ਮੁੰਡੇ ਨੂੰ ਯੁੱਧਵੀਰ ਦਾ ਨਾਮ ਦੇ ਕੇ ਇਹਨਾਂ ਨੇ ਇੰਡਸਟਰੀ ਦੇ ਵਿੱਚ ਲਾਂਚ ਕੀਤਾ, ਅਤੇ ਕਈ ਸਾਲਾਂ ਤੱਕ ਲੋਕਾਂ ਦਾ ਇਹ ਭਰਮ ਬਣਿਆ ਰਿਹਾ ਕਿ ਸ਼ਾਇਦ ਇਹ ਕੁਲਦੀਪ ਮਾਣਕ ਸਾਹਿਬ ਹੋਰਾਂ ਦਾ ਬੇਟਾ। ਕਿ ਉਸ ਇਨਸੀਡੈਂਟ ਤੋਂ ਬਾਅਦ ਮਾਣਕ ਸਾਹਿਬ ਕਾਫੀ ਨਾਰਾਜ਼ ਰਹੇ ਤੁਹਾਡੇ ਨਾਲ? ਬਿਲਕੁਲ ਵੀ ਨਹੀਂ। ਤੇ ਉਹਨਾਂ ਦੇ ਉਹ ਮਾਣਕ ਸਾਹਿਬ 'ਚ ਇੱਕ ਸੀ ਕਿ ਉਹ ਕਈ ਵਾਰ ਲੋਕਾਂ ਦੀਆਂ ਗੱਲਾਂ ਸੁਣ ਲੈਂਦੇ ਸੀ। ਉਹ ਦਫ਼ਤਰ 'ਚ ਬੈਠੇ ਬੰਦੇ ਕੋਈ ਨਾ ਕੋਈ ਉਹਨਾਂ ਦੇ ਕੰਨ 'ਚ ਪਾਤੀ ਗੱਲ ਹੈ ਜੀ, ਉਹ ਉਸ ਤਰ੍ਹਾਂ ਹੀ ਮਹਿਸੂਸ ਕਰ ਲੈਂਦੇ ਸੀ। ਪਰ ਜੇ ਹੁਣ ਨਾਂ ਰੱਖਣ ਨਾਲ ਇਸ ਤਰ੍ਹਾਂ ਕੋਈ ਕਲਾਕਾਰ ਚੱਲਦਾ ਹੋਵੇ ਤਾਂ ਹੁਣ ਮੈਂ 50 ਮੁਹੰਮਦ ਰਫੀ ਰੱਖਦੇ ਨੇ ਨਾਂ, ਫਿਰ ਉਹਨਾਂ ਨਾਲ ਚਲਾ ਲਈਏ ਆਪਾਂ। ਤੇ ਨਾਂ ਤਾਂ ਹਰੇਕ ਕਲਾਕਾਰ ਨੇ ਆਪਦਾ ਚੇਂਜ ਕੀਤਾ ਹੋਇਆ। ਕੁਲਦੀਪ ਕਿੰਨੇ ਨੇ ਹੈ ਜੀ, ਸੁਰਿੰਦਰ ਥਾਂਦੀ, ਸੁਖਜਿੰਦਰ ਸੁਰਿੰਦਰ ਛਿੰਦਾ ਜੀ, ਇਹ ਨਾਂ ਨਾਲ ਨਹੀਂ, ਇਹ ਤਾਂ ਜਿਸ ਬੰਦੇ ਦੀ ਕੁਆਲਿਟੀ ਆ, ਉਹਦੀ ਆਵਾਜ਼ ਹੈ, ਚੱਲਣਾ ਤਾਂ ਉਸ ਚੀਜ਼ ਨੇ। ਬਿਲਕੁਲ। ਅਰਮਾਨ ਬੇਦਲ ਕੌਣ ਨੇ? ਦਰਅਸਲ ਅਰਮਾਨ ਮੇਰਾ ਭਤੀਜਾ ਹੈ, ਸਾਡੀ ਸਾਂਝੀ ਫੈਮਿਲੀ ਹੈ, ਅਸੀਂ ਇਕੱਠੇ ਰਹਿੰਦੇ ਤਿੰਨੇ ਭਰਾ।
ਹੁਣ ਮੈਂ ਵੱਡਾ, ਮੰਮੀ ਡੈਡੀ ਤੋਂ ਬਾਅਦ ਮੈਂ ਦੋਨੇ ਭਰਾਵਾਂ ਦਾ ਵਿਆਹ ਮੈਂ ਕੀਤਾ। ਅੱਛਾ ਜੀ। ਉਹ ਸਤਿਕਾਰ ਵਜੋਂ ਮੈਨੂੰ ਸਾਰੇ ਮੇਰੇ ਭਤੀਜੇ ਜਿਹੜੇ ਹੈਗੇ, ਛੋਟੇ ਭਰਾ ਦਾ ਮੁੰਡਾ ਵੀ ਉਹ ਡੈਡੀ ਹੀ ਕਹਿੰਦੇ ਨੇ। ਬੇਸਿਕਲੀ ਮੇਰੇ ਛੋਟੇ ਭਰਾ ਦਾ ਮੁੰਡਾ। ਅੱਛਾ ਜੀ। ਹਾਂਜੀ। ਪਰ ਕਈ ਇੰਟਰਵਿਊਜ਼ ਦੇ ਵਿੱਚ, ਕਈ ਮੁਲਾਕਾਤਾਂ ਦੇ ਵਿੱਚ ਮਤਲਬ ਇਹ ਕਿਹਾ ਗਿਆ ਕਿ ਤੁਹਾਡੇ ਫਰਜ਼ੰਦ ਨੇ, ਤੁਸੀਂ ਕਦੇ ਉਸ ਚੀਜ਼ ਨੂੰ ਸਪਸ਼ਟ ਕਿਉਂ ਨਹੀਂ ਕੀਤਾ? ਨਹੀਂ, ਸਪਸ਼ਟ ਉਹਦੇ ਵਿੱਚ ਕੀ ਹੈ, ਮੈਂ ਤੁਹਾਡੇ ਸਾਹਮਣੇ ਹੁਣ ਦੱਸਿਆ ਹੀ ਹੈ ਨਾ ਕਿ ਕੋਈ ਰੂਟੀਨ 'ਚ ਜਦੋਂ ਬੰਦੇ ਤੁਹਾਨੂੰ, ਤੁਸੀਂ ਸਾਂਝੀ ਫੈਮਿਲੀ 'ਚ ਰਹਿੰਦੇ ਆ, ਤੁਹਾਨੂੰ ਉਹ ਮੈਨੂੰ ਤਾਇਆ ਚਾਚਾ ਕਹਿ ਨਹੀਂ ਸਕਦਾ। ਉਹ ਬਚਪਨ ਤੋਂ ਬਣੀ ਹੋਈ ਹੈ ਧਾਰਨਾ ਜੀ। ਹਾਂਜੀ। ਇੱਕ ਤੁਹਾਡੀ ਆਪਣੀ ਆਡੀਓ ਕੰਪਨੀ ਵੀ ਸੀਗੀ। ਹਾਂਜੀ। ਅਮਨ ਆਡੀਓ ਦੇ ਨਾਮ ਤੋਂ, ਤੇ ਉਹਦਾ ਕੀ ਕਿੱਸਾ ਰਿਹਾ? ਤੁਹਾਡੇ ਬੇਟੇ ਦੇ ਨਾਮ ਤੇ ਕੰਪਨੀ ਹੈ? ਉਹਦੇ ਵਿੱਚ ਇਹ ਸੀ ਕਿ ਪਿੰਕੀ ਧਾਲੀਵਾਲ, ਉਹ ਉਹਨਾਂ ਦੇ ਭਰਾ ਰਾਈਟਰ ਸਨ, ਕਜ਼ਨ ਸ਼ਾਇਦ, ਉਹ ਮੇਰੇ ਕੋਲ ਗੀਤ ਰਿਕਾਰਡਿੰਗ ਲਈ ਆਉਂਦੇ ਹੁੰਦੇ ਸੀ। ਅੱਛਾ ਜੀ। ਉਹ ਮੈਂ ਉਹਨੂੰ ਸਲਾਹ ਦਿੱਤੀ ਵੀ ਤੁਸੀਂ, ਅੱਜ ਕੱਲ੍ਹ ਕੰਪਨੀ ਦਾ ਬੜਾ ਦੌਰ ਹੈ, ਵੀ ਤੁਸੀਂ ਕੰਪਨੀ ਸ਼ੁਰੂ ਕਰ ਲਓ। ਉਹ ਕਹਿੰਦੀ ਸਾਨੂੰ ਤਾਂ ਵੀ ਇਸ ਤਾਂ ਕੰਮ ਦਾ ਪਤਾ ਨਹੀਂ ਹੈਗਾ, ਮੈਂ ਤੁਹਾਡੇ ਨਾਲ ਕੰਮ ਕਰੂੰਗਾ, ਤੁਸੀਂ ਇਨਵੈਸਟਮੈਂਟ ਤੁਸੀਂ ਕਰੋ, ਪੈਸੇ ਲਾਓ, ਮੈਂ ਆਰਟਿਸਟ ਗੀਤ ਮੈਂ ਦੇਵਾਂਗਾ। ਉਹ ਫਿਰ ਕੁਦਰਤੀ, ਅਮਨ ਮੇਰੇ ਬੇਟੇ ਦਾ ਨਾਮ ਵੀ ਅਮਨ ਸੀ। ਅੱਛਾ ਜੀ। ਉਹਨਾਂ ਦੇ ਭਰਾ ਦਾ ਨਾਮ ਵੀ ਅਮਨ ਸੀ। ਉਹ ਅਮਨ ਕੰਪਨੀ ਅਸੀਂ ਚਲਾਈ, ਉਹਦੇ ਵਿੱਚ 30-40 ਨੰਬਰ ਦਿੱਤੇ, ਪੂਰੇ ਸੁਪਰ ਹਿੱਟ ਕਾਮਯਾਬ ਨੰਬਰ। ਹਾਂ, ਫਿਰ ਉਹਨਾਂ ਨੇ ਅਮਰ ਕੰਪਨੀ ਜਿਵੇਂ ਭਰਾ ਅੱਡ ਹੁੰਦੇ ਨੇ, ਤੇ ਮੇਰੇ ਕੋਲ ਅਮਨ ਰਹਿ ਗਈ ਸੀ। ਅੱਛਾ ਜੀ। ਹਾਂਜੀ। ਠੀਕ ਹੈ। ਤੁਹਾਡੇ ਗੀਤਕਾਰੀ ਬਾਰੇ ਅੱਡ-ਅੱਡ ਲੋਕਾਂ ਦੇ ਅੱਡ-ਅੱਡ ਵਿਚਾਰ ਨੇ। ਕੋਈ ਕਹਿੰਦਾ ਕਿ ਉਹਨਾਂ ਦੀ ਕਲਮ ਦੇ ਵਿੱਚ ਵੇਰੀਏਸ਼ਨ ਬਹੁਤ ਆ, ਕੋਈ ਕਹਿੰਦਾ ਕਿ ਉਹਨਾਂ ਦੀ ਕਲਮ ਆ ਜਿਹੜੀ ਉਹ ਸਮੇਂ ਦੇ ਨਾਲ ਚੇਂਜ ਹੁੰਦੀ ਰਹੀ, ਬਦਲਦੀ ਰਹੀ, ਜਿਵੇਂ ਦਾ ਦੌਰ ਆਉਂਦਾ ਸੀਗਾ ਉਵੇਂ ਦੇ ਗੀਤ। ਰੰਗਲੀ ਚਰਖੀ ਤੋਂ ਬਾਅਦ ਜੇ ਆਪਾਂ ਦਿਲਜੀਤ ਹੋਰਾਂ ਦੇ ਗਾਣਿਆਂ ਦੀ ਗੱਲ ਕਰੀਏ ਨਾ, ਤਾਂ ਉਹ ਉਵੇਂ ਗੀਤ ਲਿਖਦੀ ਰਹੀ ਉਹਨਾਂ ਦੀ ਕਲਮ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜੋ ਬਚਨ ਬੇਦਿਲ ਇੱਕ ਗੀਤਕਾਰ ਦੇ ਵਜੋਂ ਦਿਸਦਾ ਆ, ਜਾਂ ਫਿਰ ਬਚਨ ਬੇਦਿਲ ਜਦੋਂ ਅਸੀਂ ਸੰਦਲੀ ਖੇੜਾ ਪੜ੍ਹਦੇ ਹਾਂ ਜਾਂ ਪਿੰਡ ਵਾਜਾ ਮਾਰਦਾ ਕਿਤਾਬ ਪੜ੍ਹਦੇ ਹਾਂ, ਗੀਤਕਾਰ ਅਤੇ ਲੇਖਕ ਦੋਹਾਂ ਦੇ ਵਿਚਾਲੇ ਕਹਿੰਦੇ ਜ਼ਮੀਨ ਅਸਮਾਨ ਦਾ ਫਰਕ ਹੈ। ਦਰਅਸਲ ਗੁਰਦੀਪ ਜੀ, ਗੱਲ ਇਹ ਹੈ ਕਿ ਮੈਂ ਗੀਤਾਂ ਤੋਂ ਪਹਿਲਾਂ ਵੀ ਚੰਗੀਆਂ ਕਿਤਾਬਾਂ ਦਾ ਪਾਠਕ, ਚੰਗੇ ਸਾਹਿਤ ਦਾ ਪਾਠਕ ਤੇ ਚੰਗੀਆਂ ਰਚਨਾਵਾਂ ਦਾ ਪਾਠਕ ਰਿਹਾ ਜੀ। ਚੰਗੀਆਂ ਕਿਤਾਬਾਂ ਅੱਜ ਵੀ ਪੜ੍ਹਦਾ, ਮੈਂ ਭਾਲ ਕੇ ਪੜ੍ਹਦਾ, ਜਿੱਥੋਂ ਵੀ ਮਿਲਦੀਆਂ ਨੇ ਪੜ੍ਹਦਾ। ਤੋ ਜਦੋਂ ਕਿਤੇ ਮੈਂ ਗਜ਼ਲਾਂ ਲਿਖਣ ਲੱਗ ਜਾ, ਕਿਉਂਕਿ ਉਹ ਜ਼ਿਆਦਾ ਉਡਾਰੀਆਂ ਬਰੀਕ ਹੁੰਦੀਆਂ ਨੇ, ਫਿਰ ਤੁਸੀਂ ਨਾਰਮਲ ਗੀਤ ਨਹੀਂ ਲਿਖ ਸਕਦੇ ਕਈ ਮਹੀਨੇ, ਕਿਉਂਕਿ ਤੁਹਾਡੇ ਦਿਮਾਗ 'ਤੇ ਅਸਰ ਉਸ ਤਰ੍ਹਾਂ ਦੇ ਸ਼ਬਦ, ਉਸ ਤਰ੍ਹਾਂ ਦੀਆਂ ਉਡਾਰੀਆਂ ਰਹਿੰਦੀਆਂ ਨੇ। ਜਦੋਂ ਗੀਤ ਲਿਖਦਾ, ਗੀਤ ਆਮ ਨਾਰਮਲ ਅਸੀਂ ਲੋਕਾਂ ਦੇ ਹਾਣ ਦਾ ਹੋ ਕੇ ਲਿਖਣਾ ਪੈਂਦਾ। ਫਿਰ ਜਦੋਂ ਮੈਂ ਹਰ ਤਰ੍ਹਾਂ ਦਾ ਲਿਖਿਆ, ਮੈਂ ਤਾਂ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਲਿਖਦਾ ਰਿਹਾ। ਮੇਰੇ ਮਨ 'ਚ ਇੱਕ ਕਹਾਣੀ ਪਈ ਸੀ, ਇੱਕ ਪਿਆਰ ਦੀ ਕਹਾਣੀ, ਉਹਨੂੰ ਮੈਂ ਗੀਤਾਂ 'ਚ ਨਹੀਂ ਪੂਰੀ ਆ ਸਕਦੀ ਸੀ। ਉਹਦੇ ਲਈ ਜੇ ਮੈਂ ਕਹਾਣੀ ਲਿਖਦਾ, ਕਹਾਣੀ ਵੀ ਛੋਟੀ, ਉਹ ਨਾਵਲ ਹੀ ਬਣ ਸਕਦਾ ਸੀ ਉਹਦਾ। ਉਹ ਫਿਰ ਮੈਂ ਪੂਰਾ 1-1.5 ਸਾਲ ਲਾ ਕੇ ਸੰਦਲੀ ਖੇੜਾ ਨਾਵਲ ਲਿਖਿਆ, ਤੇ ਉਹ ਜਿਹਨੇ ਵੀ ਪੜ੍ਹਿਆ ਪਸੰਦ ਕੀਤਾ। ਹਾਂਜੀ। ਤੁਹਾਡੀ ਪਹਿਲੀ ਕਿਤਾਬ ਵੀ ਪਿੰਡ ਵਾਜਾ ਮਾਰਦਾ, ਉਹ ਵੀ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤੀ, ਅਤੇ ਗੁਰਦਾਸ ਮਾਨ ਸਾਹਿਬ ਹੋਰਾਂ ਨੇ ਖਾਸ ਤੌਰ 'ਤੇ ਇੱਕ ਮੁਲਾਕਾਤ 'ਚ ਜ਼ਿਕਰ ਵੀ ਕੀਤਾ ਸੀਗਾ ਕਿ ਪਰਦੇਸੀਆਂ ਨੇ ਅਗਰ ਪਿੰਡ ਘੁੰਮਣਾ ਹੋਵੇ ਜਾਂ ਪਿੰਡ ਬਾਰੇ ਜਾਣਨਾ ਹੋਵੇ ਤਾਂ ਬਚਨ ਹੋਰਾਂ ਦੀ ਇਹ ਕਿਤਾਬ ਉਹ ਪੜ੍ਹ ਸਕਦੇ ਨੇ। ਬਿਲਕੁਲ। ਉਹਨਾਂ ਨੇ ਨਾ, ਮੈਨੂੰ ਉਹਨੂੰ ਕਿਤੇ ਮੇਲੇ 'ਤੇ ਕਿਤਾਬ ਦਿੱਤੀ ਸੀ, ਤੇ ਉਹਨਾਂ ਦਾ ਮੈਨੂੰ ਮੋੜਵਾਂ ਫੋਨ ਆਇਆ। ਉਹ ਮੈਨੂੰ ਕਹਿੰਦੇ ਵੀ ਬਚਨ, ਜੇ ਮੇਰੇ ਕੋਲ ਕੋਈ ਅਵਾਰਡ ਹੁੰਦਾ ਮੈਂ ਤੈਨੂੰ ਦੇ ਦੇਣਾ ਸੀ, ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ। ਫਿਰ ਬਾਅਦ ਦੇ ਵਿੱਚ ਆਸਟ੍ਰੇਲੀਆ ਇੱਕ ਰੇਡੀਓ 'ਤੇ TV 'ਤੇ ਉਹ ਇੰਟਰਵਿਊ ਦੇ ਰਹੇ ਸਨ, ਉੱਥੇ ਵੀ ਉਹਨਾਂ ਨੇ ਉਸ ਕਿਤਾਬ ਦਾ ਜ਼ਿਕਰ ਕੀਤਾ। ਅੱਛਾ ਜੀ। ਹਾਂਜੀ। ਤੁਹਾਡੇ ਗੀਤਾਂ ਦਾ ਸਰੋਤ ਕੀ ਰਹਿੰਦਾ? ਤੁਸੀਂ ਕਿਵੇਂ ਗੀਤ ਲਿਖਦੇ ਹੋ? ਮੈਂ ਆਲੇ ਦੁਆਲੇ ਸਮਾਜ 'ਚੋਂ ਕੁਛ ਦੇਖਦਾ, ਜਦੋਂ ਵੀ ਇਹਦੇ ਨਾਲ ਕਿਸ ਤਰ੍ਹਾਂ ਵਾਪਰੀ ਹੋਊਗੀ, ਉਹ ਕਰੈਕਟਰ ਆਪਣੇ ਆਪ ਨੂੰ ਬਣਾ ਕੇ, ਕੁਛ ਨਿੱਜੀ, ਕੁਛ
ਕਹਾਣੀਆਂ, ਨਾਵਲਾਂ, ਫਿਲਮਾਂ ਦੇ ਵਿੱਚੋਂ। ਯਾਨੀ ਕਿ ਕੋਈ ਸਰੋਤ ਇਹ ਨਹੀਂ ਹੈਗਾ ਵੀ ਕੋਈ ਇੱਕ ਸਰੋਤ ਹੈਗਾ। ਤੁਸੀਂ ਜਿਹੜਾ ਗੀਤ ਦਾ ਖਿਆਲ ਹੈ ਉਸ ਨੂੰ ਕਿਸੇ ਵਕਤ ਵੀ ਆ ਸਕਦਾ ਹੈ, ਕਿਸੇ ਪਾਸਿਓਂ ਆ ਸਕਦਾ ਹੈ, ਕਿਸੇ ਵੀ ਚੀਜ਼ 'ਚੋਂ ਆ ਸਕਦਾ ਹੈ। ਇੱਕ ਗੱਲ ਮੈਨੂੰ ਬਹੁਤ ਹੈਰਾਨ ਕਰਦੀ ਹੁੰਦੀ ਹੈ ਕਿ ਇੱਕੋ ਹੀ ਕਲਮ ਦੇ ਵਿੱਚੋਂ ਇਹ ਗੀਤ ਕਿਵੇਂ ਨਿਕਲ ਸਕਦੇ ਨੇ ਕਿ ਇੱਕ ਪਾਸੇ ਤੁਹਾਡੀ ਕਲਮ ਲਿਖਦੀ ਹੈ ਕਿ ਸੱਚੋ ਸੱਚੀ ਦੱਸੀ ਬਾਬਲਾ ਮੇਰੇ ਸਿਰ ਤਾਂ ਨਹੀਂ ਕਰਜ਼ੇ ਦਾ ਭਾਰ ਵੀਰ। ਤੁਸੀਂ ਢਾਡੀਆਂ ਦੀਆਂ ਐਲਬਮਸ ਤੁਸੀਂ ਕੀਤੀਆਂ ਨੇ, ਤੁਸੀਂ ਬਹੁਤ ਸਾਰੀਆਂ ਧਾਰਮਿਕ ਐਲਬਮਾਂ ਕੀਤੀਆਂ ਨੇ, ਅਤੇ ਉਸ ਤੋਂ ਬਾਅਦ ਤੁਹਾਡੀ ਕਲਮ 'ਚੋਂ ਇੱਕ ਇਹ ਵੀ ਗੀਤ ਨਿਕਲਦਾ ਕਿ ਲੱਕ ਲਿਮਕੇ ਦੀ ਬੋਤਲ ਤੋਂ ਵੀ ਗੋਲ ਮਜਾਜਣ ਦਾ। ਤਾਂ ਗੀਤ ਲਿਖਣ ਵੇਲੇ ਤੁਹਾਡੀ ਸੁੱਧ ਬੁੱਧ ਕੀ ਰਹਿੰਦੀ ਹੈ? ਦੇਖੋ, ਜਦੋਂ ਗੀਤਕਾਰ ਹਾਜ਼ਰ ਹੈ ਨਾ, ਉਹ ਆਪਣੀ ਨੰਗੀ ਅੱਖ ਨਾਲ ਆਲੇ ਦੁਆਲਾ ਦੇਖਦਾ ਹੈ। ਜਿਹੜੀ ਚੀਜ਼ ਵੀ ਉਹਨੂੰ ਅਟਰੈਕਟ ਕਰਦੀ ਹੈ, ਪ੍ਰਭਾਵਿਤ ਕਰਦੀ ਹੈ, ਉਹ ਕੋਈ ਇੱਕ ਸਰੋਤ ਨਹੀਂ ਹੋ ਸਕਦਾ। ਉਹ ਤੁਸੀਂ ਜੇ ਕਿਸਾਨ ਦੀ ਪ੍ਰੋਬਲਮ ਕਰਜ਼ੇ ਵਾਲੀ ਦੇਖ ਰਹੇ ਹੋ, ਉਹ ਤੁਹਾਨੂੰ ਟੱਚ ਕਰ ਗਈ, ਤੁਸੀਂ ਉਹ 'ਤੇ ਗੀਤ ਲਿਖੋਗੇ। ਹੈ ਜੀ। ਜਿਵੇਂ ਕੋਈ ਪਰਦੇਸੀ ਤੁਹਾਡੇ ਗੁਆਂਢ 'ਚ ਤੁਰ ਗਿਆ ਦੋਸਤ, ਉਹਦੀ ਫੀਲਿੰਗ ਭਾਵਨਾ ਵੱਖਰੀ ਹੈ ਜੀ। ਕੋਈ ਤੁਹਾਨੂੰ ਕੋਈ ਖੂਬਸੂਰਤ ਚਿਹਰਾ ਮਿਲਿਆ ਤੁਹਾਨੂੰ, ਤੁਸੀਂ ਕੋਸ਼ਿਸ਼ ਕਰੋਗੇ ਆਪਦੀ ਸ਼ਬਦਾਂ 'ਚ ਉਹਨੂੰ ਪਰੋ। ਅਤੇ ਡਿਫਰੈਂਟ ਐਕਸਪੈਰੀਮੈਂਟ ਕਰਨੇ ਚਾਹੀਦੇ ਨੇ। ਹੁਣ ਇਹ ਮੈਂ ਇਸ ਤਰ੍ਹਾਂ ਦਾ ਨਹੀਂ ਵੀ ਮੇਰੇ ਇੱਕੋ ਜਿਹੇ ਗੀਤ ਹੋਣ। ਮੈਂ ਹਰ ਪੱਖ ਦਾ ਹਰ ਟੌਪਿਕ 'ਤੇ ਮੈਂ ਲਿਖਣ ਦਾ ਯਤਨ ਕੀਤਾ। ਤੁਹਾਡੇ 3 ਮੁੱਖ ਕਲਾਕਾਰ ਰਹੇ ਨੇ ਲਵਲੀ ਨਿਰਮਾਣ ਹੁਰੀ, ਰਣਜੀਤ ਮਣੀ ਅਤੇ ਦਵਿੰਦਰ ਕੋਹਿਨੂਰ, ਅਤੇ ਤੁਹਾਡੇ ਸਮਕਾਲੀ ਗੀਤਕਾਰ ਨੇ ਪਿੰਦਰ ਡੱਬਾ ਵਾਲੀ। ਉਹਨਾਂ ਦੇ ਜਿਹੜੇ ਕਲਾਕਾਰ ਰਹੇ ਨੇ ਉਹ ਸਾਰੇ ਆਰਥਿਕ ਤੌਰ 'ਤੇ ਬੜੇ ਮਜ਼ਬੂਤ ਨੇ। ਅੱਜ ਵੀ ਜੇ ਆਪਾਂ ਗੱਲ ਕਰੀਏ, ਜਾਂ ਜਦੋਂ ਉਹ ਗਾਉਂਦੇ ਵੀ ਸੀ ਉਹਨਾਂ ਦਾ ਦੌਰ ਵੀ ਸੀ, ਪਰ ਜੋ ਤੁਹਾਡੇ ਕਲਾਕਾਰ ਰਹੇ ਨੇ ਆਰਥਿਕ ਤੌਰ 'ਤੇ ਉਨੇ ਮਜ਼ਬੂਤ ਉਹ ਨਹੀਂ ਰਹੇ। ਹਾਲਾਂਕਿ ਦਵਿੰਦਰ ਕੋਹਿਨੂਰ ਹੋਰਾਂ ਦੀ ਇੱਕ ਐਲਬਮ 20 ਲੱਖ 'ਚ ਵਿਕਦੀ ਰਹੀ ਹੈ। ਉਹਦਾ ਕੀ ਤੁਸੀਂ ਕਾਰਨ ਮੰਨਦੇ ਹੋ? ਦੇਖੋ ਜੀ, ਕਲਾਕਾਰ ਕੋਲ ਹੁੰਦੇ ਨੇ ਪ੍ਰੋਗਰਾਮ। ਅੱਜ ਵੀ ਤੁਸੀਂ ਕਿਸੇ ਕੰਪਨੀ 'ਚ ਦੇਖ ਲਓ, ਕੋਈ ਬੰਦਾ ਕਿਸੇ 'ਤੇ ਇਨਵੈਸਟਮੈਂਟ ਕਰਦਾ ਅਤੇ ਉਹਦਾ ਮਾਸਟਰ ਵੇਚਦਾ ਵੀ ਹੈ। ਕਲਾਕਾਰ ਕੋਲ ਪ੍ਰੋਗਰਾਮ ਹੁੰਦੇ ਨੇ। ਇਹ ਕਲਾਕਾਰ ਦੀ ਆਪਣੀ ਕਪੈਸਿਟੀ ਹੈਗੀ ਹੈ ਵੀ ਉਹ ਕਿੰਨੇ ਪ੍ਰੋਗਰਾਮ ਲਾਉਂਦਾ ਹੈ। ਸੋ ਉਹ ਦਵਿੰਦਰ ਦੇ ਸੈਡ ਗੀਤਾਂ ਕਰਕੇ ਪ੍ਰੋਗਰਾਮ ਨਹੀਂ ਲੱਗੇ ਹੈਗੇ। ਰਣਜੀਤ ਮਣੀ ਆਲਰੇਡੀ ਸੈਟਲ ਹੈ, ਉਹਦੇ ਬੱਚੇ ਡਾਕਟਰ ਨੇ। ਲਵਲੀ ਦੇ ਬੱਚੇ ਸੈਟਲ ਨੇ, ਆਸਟ੍ਰੇਲੀਆ ਨੇ, ਸਭ ਕੁਛ ਸੈਟ ਹੈ। ਹੁਣ ਇਹ ਤਾਂ ਆਪਣੀ ਆਪਣੀ ਕਿਸਮਤ ਹੈ ਨਾ। ਦਲਜੀਤ ਹੀ ਮੈਥੋਂ ਸ਼ੁਰੂ ਹੋਇਆ ਹੈ, ਹਰਜੀਤ ਹਰਮਨ ਵੀ ਮੇਰੇ ਗਾਣੇ ਤੋਂ ਸ਼ੁਰੂ ਹੋਇਆ ਹੈ। ਸਾਰੇ ਸੀਟ ਠੀਕ ਨੇ। ਹਰਜੀਤ ਹਰਮਨ ਹੋਰਾਂ ਦੇ ਪ੍ਰਗਟ ਸਾਹਿਬ ਹੋਰਾਂ ਦੇ ਜਾਣ ਤੋਂ ਬਾਅਦ ਦੁਬਾਰਾ ਉਹਨਾਂ ਨੇ ਤੁਹਾਡੇ ਗੀਤ ਲਿਖੇ ਨੇ, ਲਿਖੇ ਹੋਏ ਕੀਤੇ ਨੇ, ਕਿ ਤੁਹਾਨੂੰ ਲੱਗਦਾ ਹੈ ਕਿ ਜੋ ਇੱਕ ਮੁਕਾਮ ਪ੍ਰਗਟ ਹੋਰਾਂ ਦੇ ਗੀਤਾਂ ਰਾਹੀਂ ਹਰਮਨ ਨੂੰ ਮਿਲਿਆ ਸੀਗਾ ਉਹ ਬਰਕਰਾਰ ਰਹੇਗਾ? ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਤੁਹਾਡੀ ਗੀਤਗਾਰੀ ਹੁਣ ਤੱਕ ਸਲਾਹੀ ਗਈ ਹੈ ਅਤੇ ਬਹੁਤ ਉਮਦਾ ਰਹੀ ਹੈ? ਨਹੀਂ, ਪ੍ਰਗਟ ਦੀ ਆਪਦਾ ਸਟਾਈਲ ਸੀ। ਪ੍ਰਗਟ ਤੇ ਹਰਮਨ ਦੀ ਜੋੜੀ ਬੜੀ ਪਿਆਰੀ ਸੀ। ਇਹ ਤਾਂ ਨਹੀਂ ਕਹਿੰਦਾ ਮੈਂ ਪ੍ਰਗਟ ਵਰਗੇ ਗੀਤ ਲਿਖੂੰਗਾ ਜਾਂ ਲਿਖ ਸਕਦਾ ਹਾਂ, ਕਿਉਂਕਿ ਹਰਜੀਤ ਹਰਮਨ ਦਾ ਆਪਦਾ ਮੰਨਣਾ ਸੀ। ਉਹਨੇ ਮੈਨੂੰ ਅਪਰੋਚ ਕੀਤਾ, ਉਹਨੂੰ ਲੱਗਦਾ ਹੋਊਗਾ ਵੀ ਮੈਂ ਸ਼ਾਇਦ ਉਹਦੇ ਟੇਸਟ ਦੇ ਗੀਤ ਲਿਖ ਸਕਦਾ, ਅਤੇ ਮੈਂ ਉਹਦੇ ਲਈ ਲਿਖਣ ਦੀ ਕੋਸ਼ਿਸ਼ ਕੀਤੀ। ਉਹ ਪਸੰਦ ਵੀ ਕੀਤੇ ਲੋਕਾਂ ਨੇ। ਤੁਹਾਡਾ ਇੱਕ ਗੀਤ ਲਵਲੀ ਨਿਰਮਾਣ ਹੋਰਾਂ ਦੀ ਆਵਾਜ਼ ਵਿੱਚੋਂ ਫਿਲਮ 'ਚ ਆਇਆ ਸੀਗਾ, ਤੇਰੀ ਮਹਿੰਦੀ ਰੰਗੀ ਪੱਗ ਦੇ ਪਿੱਛੋਂ ਉੱਤੇ ਮਰ ਗਈ ਮੈਂ ਪੱਠ ਹੋਣਿਆ। ਉਹ ਗੀਤ ਮੈਂ 2014 'ਚ ਜਦੋਂ ਰੇਡੀਓ ਕਰਦੀ ਸੀ ਤਾਂ ਮੈਨੂੰ ਲੱਗਦਾ ਕਿ ਮੈਂ ਉਹਨਾਂ 2-2.5 ਸਾਲਾਂ 'ਚ ਸਭ ਤੋਂ ਜ਼ਿਆਦਾ ਗੀਤ ਉਹ ਪਲੇ ਕੀਤਾ। ਉਹ ਗੀਤ ਕਿਵੇਂ ਬਣਿਆ ਸੀਗਾ ਅਤੇ ਲਵਲੀ ਨਿਰਮਾਣ ਹੋਰਾਂ ਨੂੰ ਹੀ ਆਵਾਜ਼, ਉਹਨਾਂ ਦੇ ਹੀ ਹਿੱਸੇ ਕਿਉਂ ਆਇਆ ਉਹ ਗੀਤ? ਉਹ ਪੱਗਾਂ ਦੇ ਗੀਤ ਚੱਲਦੇ ਸੀ ਉਹਨਾਂ ਵੇਲਿਆਂ 'ਚ। ਕਈ ਗੀਤ ਹਿੱਟ ਹੋ ਗਏ ਸੀ ਪੱਗਾਂ ਦੇ। ਮੈਂ ਵੀ ਚਾਹੁੰਦਾ ਸੀ ਕਿ ਪੱਗ ਦਾ ਗੀਤ ਗਾਵਾਂ, ਲਿਖਾਂ, ਅਤੇ ਉਹ ਲਵਲੀ ਨੇ ਕੰਪੋਜੀਸ਼ਨ ਬਹੁਤ ਅੱਛਾ ਕਰ ਲਿਆ। ਜਦੋਂ ਮੈਨੂੰ ਸੁਣਾਇਆ ਨਾ, ਅਤੇ ਉਹ ਫਿਰ ਲਵਲੀ ਦੀ ਆਵਾਜ਼ 'ਚ ਸੂਟ ਕਰਨਾ ਸੀ, ਰਿਕਾਰਡ ਕੀਤਾ। ਉਹ ਕਾਫੀ ਹਿੱਟ ਹੋਇਆ, ਜਿਵੇਂ ਤੁਸੀਂ ਕਹਿੰਦੇ ਹੋ, ਕਾਫੀ ਵਾਰ ਤੁਸੀਂ ਵੀ ਸੁਣਿਆ। ਹਾਂ, ਬਤੌਰ ਗੀਤਕਾਰ ਤੁਹਾਡਾ ਇੰਨਾ ਵੱਡਾ ਕੱਦ ਸੀ। ਜਿਵੇਂ ਅੱਜ ਵੀ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ, ਮੈਂ ਉਹੀ ਗੱਲ ਆਪਣੀ ਦੁਹਰਾਉਂਗੀ ਕਿ ਹਰ ਕੋਈ ਇਹ ਕਹਿੰਦਾ ਕਿ ਉਹਨਾਂ ਦਾ ਲੰਮਾ ਇਤਿਹਾਸ ਆ ਗੀਤਕਾਰੀ ਦੇ ਵਿੱਚ, ਹੈ ਨਾ।
ਪਰ ਇੰਨੇ ਮਕਬੂਲ ਹੋਣ ਤੋਂ ਬਾਅਦ ਵੀ ਤੁਸੀਂ ਭਗਵੰਤ ਮਾਨ ਹੋਰਾਂ ਦੇ ਬਤੌਰ ਮੀਡੀਆ ਸਲਾਹਕਾਰ ਕਿਉਂ ਕੰਮ ਕੀਤਾ? ਇਹ ਆਪਣੇ ਆਪ ਨੂੰ ਨੀਵਾਂ ਕਰਨ ਵਾਲੀ ਗੱਲ ਨਹੀਂ ਸੀ? ਨਹੀਂ, ਉਹ ਗੱਲ ਇਹ ਸੀ ਕਿ ਜਦੋਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੈਗਾ, ਮੈਂ ਵੀ ਕਦੇ ਜ਼ਿਕਰ ਨਹੀਂ ਕੀਤਾ, ਭਗਵੰਤ ਮਾਨ ਹੋ ਰਹੀ ਅਕਸਰ ਕਈ ਵਾਰ ਇੰਟਰਵਿਊ ਸ਼ਾਇਦ ਨਹੀਂ ਕਿਹਾ ਉਹਨਾਂ ਨੇ, ਵੈਸੇ ਕਹਿੰਦੇ ਨੇ ਜਦੋਂ ਪਹਿਲੀ ਵਾਰ ਉਹ ਗੋਭੀ ਦੀ ਕੱਚੀ ਵਪਾਰ ਨੇ ਸਿਲੈਕਸ਼ਨ ਹੋਈ ਸੀ ਨਾ ਉਹਨਾਂ ਦੀ, ਤਾਂ ਜਰਨੈਲ ਘਮਾਣ ਹੋਰਾਂ ਨੇ ਮੈਨੂੰ ਕਿਹਾ ਸੀ ਵੀ ਇਹ ਮੁੰਡੇ ਬਾਰੇ ਮੈਨੂੰ ਦੱਸੋ, ਦੇ ਸੁਣ ਕੇ ਵੀ ਚੱਲੂਗਾ। ਤੇ ਉਹ ਪਹਿਲੀ ਰਿਕਮੈਂਡੇਸ਼ਨ ਸੀ ਮੇਰੀ, ਮੈਂ ਕਿਹਾ ਸੀ ਵੀ ਇਹਨੂੰ ਰਿਕਾਰਡ ਕਰੋ, ਇਹ ਬਹੁਤ ਵੱਡੇ ਕਲਾਕਾਰ ਬਣਨਗੇ। ਅੱਛਾ ਜੀ। ਤਾਂ 25 ਸਾਲ ਪੁਰਾਣੀ ਦੋਸਤੀ ਸੀ। ਫਿਰ ਉਹਨਾਂ ਵੇਲੇ 'ਚ ਜਦੋਂ ਐਂ ਲੱਗਦਾ ਸੀ ਵੀ ਯਾਰ ਵੀ ਪੰਜਾਬ ਲਈ ਕੋਈ ਬੰਦਾ ਉੱਠਿਆ, ਮਨਪ੍ਰੀਤ ਸਿੰਘ ਬਾਦਲ, ਪੀਪਲ ਪਾਰਟੀ, ਵੀ ਨਹੀਂ ਕੁਝ ਕਰਨਾ ਚਾਹੀਦਾ ਹੈ, ਸਾਹਿਤਕਾਰਾਂ ਨੂੰ, ਕਲਾਕਾਰਾਂ ਨੂੰ, ਸਾਰੇ ਜੁੜ ਰਹੇ ਨੇ, ਜੁੜਨਾ ਚਾਹੀਦਾ। ਫਿਰ ਭਗਵੰਤ ਮਾਨ ਹੋਰਾਂ ਨਾਲ ਮੈਂ ਉਸ ਉਧਰ ਚਲਾ ਗਿਆ। ਤੇ ਫਿਰ ਜਦੋਂ ਲੱਗਿਆ ਵੀ ਕੋਈ ਨਵੀਂ ਇੱਕ ਲਹਿਰ ਦੇਸ਼ ਦੇ ਵਿੱਚ ਆ ਰਹੀ ਹੈ ਸਾਡੇ ਸਿਸਟਮ ਨੂੰ ਠੀਕ ਕਰਨ ਵਾਸਤੇ, ਅਰਵਿੰਦ ਕੇਜਰੀਵਾਲ, ਤੇ ਫਿਰ ਮੈਂ ਭਗਵੰਤ ਮਾਨ ਹੋਰਾਂ ਦੇ ਨਾਲ ਹੀ ਇੱਧਰ ਆ ਗਿਆ। ਤੇ ਇਹਨਾਂ ਨੇ ਫਿਰ ਇਲੈਕਸ਼ਨ ਲੜਨੀ ਸੀ, ਤੇ ਫਿਰ ਮੈਨੂੰ ਆਉਣ ਸਾਰੀਆਂ ਨੇ ਕਿਹਾ ਵੀ ਮੀਡੀਆ ਤੁਸੀਂ ਦੇਖਣਾ। ਠੀਕ ਹੈ ਜੀ। ਤੇ ਉਹਦੇ ਵਿੱਚ ਕਿਸੇ ਦੋਸਤ ਲਈ ਕੰਮ ਕਰ ਦੇਣਾ, ਉਹਦੇ ਵਿੱਚ ਕੋਈ ਨੀਵੇਂ ਉੱਚੇ ਵਾਲੀ ਗੱਲ ਨਹੀਂ ਹੁੰਦੀ। ਉਹ ਇੱਕ ਦੋਸਤੀ ਵਜੋਂ ਹੀ ਕੀਤਾ ਕੰਮ ਸੀ। ਤੇ ਹੁਣ ਤੱਕ ਤੁਹਾਡੇ ਜਿੰਨੇ ਵੀ ਗੀਤ ਆਏ ਨੇ, ਤਾਂ ਉਹਨਾਂ ਗੀਤਾਂ ਦੇ ਵਿੱਚੋਂ ਜਾਂ ਜਿੰਨੀਆਂ ਟੇਪਾਂ ਤੁਹਾਡੀਆਂ ਰਿਕਾਰਡ ਹੋਈਆਂ, ਵੈਸੇ ਤਾਂ ਬਹੁਤ ਕਈ ਵਾਰ ਬੇਤੁਕਾ ਸਵਾਲ ਆਦਾ ਹੁੰਦਾ ਕਿ ਕਿਹੜਾ ਗੀਤ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ, ਪਰ ਮੈਂ ਫਿਰ ਵੀ ਪੁੱਛੂੰਗੀ ਕਿ ਉਹਨਾਂ ਗੀਤਾਂ ਦੇ ਵਿੱਚੋਂ ਕੁਛ ਇੱਦਾਂ ਦੇ ਨਗਮੇ ਜਿਹੜੇ ਕਿ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਸ਼ਾਇਦ ਜਦੋਂ 2 ਪੀੜ੍ਹੀਆਂ ਹੋਰ ਅੱਗੇ ਵੱਧ ਜਾਣਗੀਆਂ ਤਾਂ ਉਦੋਂ ਵੀ ਸੁਣੇ ਜਾਣਗੇ। ਗੁਰਦੀਪ ਜੀ, ਕਈ ਗੀਤ ਤਾਂ ਤੁਹਾਨੂੰ ਆਪਦੇ ਲਿਖੇ ਲੱਗਦੇ ਨੇ ਵੀ ਯਾਰ ਬਹੁਤ ਹਲੇ ਕੱਚੇ ਲਿਖੇ ਗਏ ਇਹ, ਭਾਵੇਂ ਹਿੱਟ ਵੀ ਹੋ ਗਏ। ਕੁਛ ਗੀਤ ਜਦੋਂ ਪਿੱਛੇ ਵੱਲ ਝਾਤੀ ਮਾਰਦੇ ਹਾਂ ਤੇ ਇਹ ਸੋਚਦੇ ਹਾਂ ਵੀ ਨਾ ਯਾਰ ਹਲੇ ਉਹ ਗੱਲ ਬਣੀ ਨਹੀਂ ਹੈਗੀ, ਤੇ ਹੋਰ ਵਧੀਆ ਲਿਖਣਾ ਹੈ, ਕੋਈ ਨਾ ਕੋਈ ਗੀਤ ਹੋਰ, ਵੱਡਾ ਗੀਤ ਹੋਰ, ਕੋਈ ਚੰਗਾ ਗੀਤ ਲਿਖਣਾ ਹੈ ਹਲੇ। ਪਰ ਪਿਛਲੇ ਗੀਤਾਂ ਦੇ ਵਿੱਚੋਂ ਮੈਨੂੰ ਮਾਣਕ ਸਾਹਿਬ ਦਾ ਰੰਗਲੀ ਚਰਖੀ ਗੀਤ ਇਸ ਕਰਕੇ ਵੀ ਪਿਆਰਾ ਲੱਗਦਾ ਹੈ ਕਿ ਉਹਨੂੰ ਰਾਜਸਥਾਨ ਦੇ ਹਜ਼ਾਰਾਂ ਬੱਚੇ ਮੰਗ 'ਤੇ ਟ੍ਰੇਨਾਂ ਦੇ ਵਿੱਚ ਜਿਹੜੇ ਗਾਉਂਦੇ ਨੇ, ਤੇ ਉਹਨਾਂ ਦਾ ਲੋਕ ਗੀਤ ਬਣ ਗਿਆ, ਉਹਨਾਂ ਦੀ ਰੋਜ਼ੀ ਰੋਟੀ ਦਾ ਇਹ ਜ਼ਰੀਆ ਬਣ ਗਿਆ। ਬਿਲਕੁਲ। ਇਸ ਕਰਕੇ ਮੈਨੂੰ ਮੇਰੀ ਰੰਗਲੀ ਚਰਖੀ ਬਹੁਤ ਵਧੀਆ ਗੀਤ ਲੱਗਦਾ। ਤੇ ਇਹ ਵੀ ਤੁਹਾਡੇ ਬਾਰੇ ਕਿਹਾ ਜਾਂਦਾ ਕਿ ਪੁਲਿਸ ਮਹਿਕਮੇ 'ਚ ਨੌਕਰੀ ਜਦੋਂ ਤੁਸੀਂ ਕਰਦੇ ਸੀ ਤੇ ਨਾਲ ਨਾਲ ਤੁਹਾਡੀ ਗੀਤਕਾਰੀ ਚੱਲਦੀ ਸੀ, ਤੇ ਬਹੁਤ ਸਾਰੀਆਂ ਕੰਪਨੀਆਂ ਤੁਹਾਡੇ ਤੋਂ ਇਸ ਗੱਲੋਂ ਡਰਦੀਆਂ ਵੀ ਸੀਗੀਆਂ ਕਿ ਤੁਸੀਂ ਪੁਲਿਸ ਮਹਿਕਮੇ 'ਚ ਨੌਕਰੀ ਕਰਦੇ ਹੋ? ਨਹੀਂ, ਪੁਲਿਸ ਦਾ ਤਾਂ ਕਦੇ ਮੈਂ ਵਰਦੀ ਪਾਈ ਨਹੀਂ ਸੀ, ਬਹੁਤ ਘੱਟ ਪਾਈ ਸੀ। ਮੈਂ ਤਾਂ ਆਫਿਸ ਦੇ ਵਿੱਚ ਯਾਨੀ ਕਿ ਕਲੈਰੀਕਲ ਜੌਬ ਕੀਤੀ, ਜਿੰਨੇ ਵੀ ਕੀਤੀ, ਤੇ ਡਰਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਸੁਭਾਅ ਵੀ ਕਹਿੰਦੇ ਤੁਹਾਡਾ ਸਖਤ ਸੀਗਾ, ਜਦੋਂ ਤੁਹਾਡੇ ਕਿਸੇ ਕਲਾਕਾਰ ਦਾ ਕੋਈ ਗੀਤ ਨਹੀਂ ਵੀ ਚੱਲਦਾ ਸੀਗਾ ਤਾਂ ਤੁਸੀਂ ਕੁੱਟ ਵੀ ਆਮ ਦਿੰਦੇ ਸੀ? ਨਹੀਂ, ਇਹ ਸਾਰੀਆਂ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ। ਕੁਝ ਲੋਕ ਸਾਡੀ ਲਾਈਨ 'ਚ ਹੁੰਦੇ ਨੇ, ਉਹ ਕਈ ਵਾਰ ਕਲਾਕਾਰ ਬਣਨਾ ਆਉਂਦੇ ਨੇ ਜਾਂ ਗੀਤਕਾਰ ਬਣਨਾ ਆਉਂਦੇ ਨੇ, ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਹੈ ਜੀ, ਉਹ ਫਿਰ ਇਹ ਗੱਲਾਂ ਬਣਾਉਣ ਦਾ ਠੇਕਾ ਲੈ ਲੈਂਦੇ ਨੇ। ਉਹ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਕਲਾਕਾਰ ਬਾਰੇ, ਤੇ ਇਸ ਪਹਿਲਾਂ ਤੋਂ ਚੱਲਦੀਆਂ ਨੇ, ਉਹ ਯਮਲਾ ਜੱਟ ਜੀ ਤੋਂ ਲੈ ਕੇ ਮਾਣਕ ਸਾਹਿਬ ਤੋਂ ਲੈ ਕੇ ਅੱਜ ਤੱਕ ਵੀ ਇਹ ਕੰਟਰੋਵਰਸੀ ਚੱਲਦੀ ਰਹਿੰਦੀ ਹੈ। ਕਹਿੰਦੇ ਵੀ ਜਦੋਂ ਬੇਦਿਲ ਸਾਹਿਬ ਹੋਰਾਂ ਦੀ ਕੋਈ ਟੇਪ ਆ ਜਾਂਦੀ ਸੀਗੀ ਤਾਂ ਉਸ ਵੇਲੇ ਦੇ ਨਾਮੀ ਗਾਇਕ ਵੀ ਆਪਣੀ ਟੇਪ ਨੂੰ ਰੋਕ ਲੈਂਦੇ ਹੁੰਦੇ ਸੀਗੇ ਕਿ ਹੁਣ ਤਾਂ ਬੇਦਿਲ ਹੀ ਚੱਲੂਗਾ, ਹੁਣ ਇਸ ਟਾਈਮ ਟੇਪ ਕੱਢਣ ਦਾ ਕੋਈ ਫਾਇਦਾ ਹੈ ਨਹੀਂ। ਕਿ ਤੁਹਾਨੂੰ ਕਦੇ ਇਸ ਗੱਲ ਦਾ ਮਾਣ ਹੋਇਆ? ਨਹੀਂ, ਇਸ ਤਰ੍ਹਾਂ ਤਾਂ ਨਹੀਂ ਕੋਈ ਗੱਲ ਸੀ। ਇਹ ਤਾਂ ਸਾਰੇ ਦੇਖ ਲੈਂਦੇ ਆ, ਜਦੋਂ ਕਿ ਕਲਾਕਾਰ ਅੱਜ ਵੀ ਜਿਹੜੇ ਕਲਾਕਾਰ ਕੋਈ ਹਿੱਟ ਕਲਾਕਾਰ ਹੀ ਹਿੱਟ ਸੀ ਉਹ, ਤੇ ਉਹ ਫਿਰ ਅੱਜ ਵੀ ਕੋਈ ਇੱਧਰ ਉੱਧਰ ਕਰ ਲੈਂਦੇ। ਵੱਡੀ ਫਿਲਮ ਰਿਲੀਜ਼ ਹੁੰਦੀ ਹੈ, ਕੋਈ ਹੋਰ ਫਿਲਮ ਅਗਲਾ ਕਹਿੰਦਾ ਵੀ ਨਹੀਂ ਯਾਰ ਹਾਲੇ ਨਾ ਲਾਓ ਇਹਨੂੰ, ਇਹੀ ਕਾਰਨ ਸੀ। ਕਿਸੇ ਇੱਕ ਮੁਲਾਕਾਤ 'ਚ
ਜਦੋਂ ਤੁਸੀਂ ਤੇ ਭਿੰਦਰ ਡੱਬਾਲੀ ਸਾਹਿਬ ਇੱਕਦਮ ਸਾਹਮਣੇ ਹੋਏ, ਆਮੋ ਸਾਹਮਣੇ ਹੋਏ, ਤਾਂ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਦੇ ਜ਼ਿੰਦਗੀ ਦੇ ਵਿੱਚ ਕਿ ਤੇਰੇ ਇੱਕ ਗੀਤ 'ਚੋਂ ਅਸੀਂ 4 ਗੀਤ ਕੱਢ ਲੈਂਦੇ ਹਾਂ? ਨਹੀਂ, ਮੈਨੂੰ ਤਾਂ ਨਹੀਂ, ਭਿੰਦਰ ਡੱਬਾਲੀ ਤਾਂ ਨਹੀਂ, ਮੈਨੂੰ ਹੋਰ ਗੀਤਕਾਰਾਂ ਨੇ ਇੱਕ ਦੋ ਨੇ ਕਿਹਾ ਜਿਹੜੇ ਮਾਰਕੀਟ ਦੇ ਅੱਜ ਵੀ ਵੱਡੇ ਗੀਤਕਾਰ ਨੇ। ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਉਹਨਾਂ ਦੇ ਵਡੱਪਨ ਹੈ, ਜੇ ਮੈਨੂੰ ਕਹਿਤਾ ਉਹਨਾਂ ਨੇ ਤੇ ਇਹ 'ਚ ਉਹਨਾਂ ਦੀ ਉਹ ਗੱਲ ਨਹੀਂ, ਉਹਨਾਂ ਨੇ ਮੈਨੂੰ ਜ਼ਰੂਰ ਕਿਹਾ। ਅੱਛਾ ਜੀ। ਹਾਂਜੀ ਹਾਂਜੀ। ਸੋ ਬਹੁਤ ਮਿਹਰਬਾਨੀ, ਤੁਸੀਂ ਸਾਡੇ ਲਈ ਇੰਨਾ ਵਕਤ ਕੱਢਿਆ। 36 ਸਾਲਾਂ ਦਾ ਸਫ਼ਰ ਤੁਹਾਡੀ ਗੀਤਕਾਰੀ ਹੁਣ ਤੱਕ ਤੈਅ ਕਰਕੇ ਆਈ ਹੈ ਅਤੇ ਅਸੀਂ ਇਹ ਦੁਆ ਕਰਦੇ ਹਾਂ ਕਿ 3 ਸਦੀਆਂ ਦਾ ਤੁਹਾਡਾ ਇਹ ਸਫ਼ਰ ਹੋਰ ਹੋਵੇ, ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਗੀਤ ਸੁਣਦੀਆਂ ਰਹਿਣ। ਬਹੁਤ ਮਿਹਰਬਾਨੀ ਸਾਨੂੰ ਇੰਨਾ ਸਮਾਂ ਦੇਣ ਦੇ ਲਈ। ਬਹੁਤ ਬਹੁਤ ਧੰਨਵਾਦ। ਬਹੁਤ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਗੀਤਕਾਰ ਬਚਨ ਬੇਦਿਲ ਜੀ। ਉਮੀਦ ਹੈ ਕਿ ਅੱਜ ਦੀ ਮੁਲਾਕਾਤ ਤੁਸੀਂ ਪਸੰਦ ਕਰੋਗੇ। ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।